हाँ जी स्टूडेंट, तो मैं ਤੁਹਾਡਾ ਸਾਡੇ YouTube ਚੈਨਲ GSY ਕ੍ਰਿਸ਼ਨ ਯਾਦਵ ਤੇ ਸਵਾਗਤ ਕਰਦਾ ਹਾਂ। ਤੇ ਜਿਹੜੀ ਅੱਜ ਆਪਾਂ ਇਸ ਤੋਂ ਬਾਅਦ ਆਪਾਂ ਜਿਹੜੀ ਕਲਾਸਿਸ YouTube ਦੇ ਉੱਪਰ ਪਾਵਾਂਗੇ ਤਾਂ ਉਹ ਇੱਕ ਮੈਂ ਪਾਰਟਿਕੂਲਰ ਸੀਰੀਜ਼ ਦੇ ਬੇਸ ਤੇ ਪਾਉਂਗਾ। ਸੀਰੀਜ਼ ਮੀਨਸ ਵੀ ਜਿਵੇਂ ਤੁਹਾਡੇ ਪੇਪਰ ਦੇ ਵਿੱਚ ਜਿਹੜੇ ਕੁਐਸਚਨ ਪੁੱਛੇ ਜਾਂਦੇ ਹੁੰਦੇ ਨੇ, ਤਾਂ ਜਿਵੇਂ ਦੇਖੋ ਪੋਲੀਟੀਕਲ ਸਾਇੰਸ ਦਾ ਪੋਰਸ਼ਨ ਕਾਫੀ ਇੰਪੋਰਟੈਂਟ ਹੈ, ਠੀਕ ਹੈ, ਅਲੱਗ-ਅਲੱਗ ਕੰਪੀਟੀਸ਼ਨ ਦੇ ਵਿੱਚ। ਇਸ ਤੋਂ ਇਲਾਵਾ ਜੀਓਗ੍ਰਾਫੀ ਦਾ ਪੋਰਸ਼ਨ ਕਾਫੀ ਇੰਪੋਰਟੈਂਟ ਹੈ, ਠੀਕ ਹੈ। ਇਕਨੋਮਿਕਸ ਦਾ ਪੋਰਸ਼ਨ ਕਾਫੀ ਇੰਪੋਰਟੈਂਟ ਹੈ ਅਲੱਗ-ਅਲੱਗ ਕੰਪੀਟੀਸ਼ਨ ਦੇ ਵਿੱਚ। ਇਸ ਤੋਂ ਇਲਾਵਾ ਹਿਸਟਰੀ ਦਾ ਪੋਰਸ਼ਨ ਵੀ ਕਾਫੀ ਇੰਪੋਰਟੈਂਟ ਹੈ ਜਿਹੜਾ, ਠੀਕ ਹੈ ਜੀ। ਤੇ ਨਾਲ ਹੀ ਕਰੰਟ ਅਫੇਅਰ ਦਾ ਜਿਹੜਾ ਪੋਰਸ਼ਨ ਕਾਫੀ ਇੰਪੋਰਟੈਂਟ ਹੈ, ਠੀਕ ਹੈ। ਤੇ ਜਿੰਨੇ ਵੀ ਐਗਜ਼ਾਮ ਹੁੰਦੇ ਨੇਗੇ ਉਹਦੇ ਵਿੱਚ ਪੋਲੀਟੀਕਲ ਸਾਇੰਸ, ਜੀਓਗ੍ਰਾਫੀ, ਇਕਨੋਮਿਕਸ, ਹਿਸਟਰੀ ਤੇ ਕਰੰਟ ਅਫੇਅਰ ਦਾ ਪੋਰਸ਼ਨ ਕਾਫੀ ਇੰਪੋਰਟੈਂਟ ਹੁੰਦਾ ਹੈਗਾ। ਤੇ ਹੁਣ ਜੇ ਆਪਾਂ ਗੱਲ ਕਰ ਲਈਏ, ਜਿਵੇਂ ਹੁਣ ਲੇਟੈਸਟ ਜਿਹੜੀ ਵੈਕੈਂਸੀਜ਼ ਆਈਆਂ ਹੋਈਆਂ ਨੇਗੀਆਂ, ਜਿਵੇਂ ਨਾਇਬ ਤਹਿਸੀਲਦਾਰ ਦੀ ਵੈਕੈਂਸੀ ਆਈ ਹੋਈ ਹੈ, ਠੀਕ ਹੈ। ਤਾਂ ਜਿਹੜੀ ਵੀ ਕਲਾਸਿਸ ਆਪਾਂ ਕਰਾਂਗੇ ਤਾਂ ਤੁਹਾਡੇ ਨਾਇਬ ਤਹਿਸੀਲਦਾਰ ਵਾਸਤੇ, ਇਹ ਪਟਵਾਰੀ ਵਾਸਤੇ, ਠੀਕ ਹੈ ਜੀ। ਐਨਟੀਟੀ ਦੀ ਦੇਖੋ ਪੋਸਟ ਆ ਰਹੀਆਂ ਨੇ ਉਹਦੇ ਵਾਸਤੇ। ਆਉਣ ਵਾਲੇ ਐਗਜ਼ਾਮ ਜਿਹੜੇ ਪੀਟੈਟ ਨੇਗੇ, ਠੀਕ ਹੈ ਜੀ, ਜਾਂ ਫਿਰ ਸੀਟੈਟ ਦਾ ਜਿਹੜਾ ਪੇਪਰ ਹੈਗਾ, ਠੀਕ ਹੈ। ਤਾਂ ਇਹ ਜਿਹੜੀ ਕਲਾਸਿਸ ਹੋਣਗੀਆਂ ਤੁਹਾਡੀਆਂ, ਇਹ ਹਰ ਐਗਜ਼ਾਮ ਵਾਸਤੇ ਕਾਫੀ ਇੰਪੋਰਟੈਂਟ ਜਿਹੜੀਆਂ ਉਹ ਸਾਬਿਤ ਹੋਣਗੀਆਂ। ਜਿਵੇਂ ਨਾਇਬ ਤਹਿਸੀਲਦਾਰ ਦਾ ਹੋ ਗਿਆ, ਪਟਵਾਰੀ ਦਾ ਹੋ ਗਿਆ, ਐਨਟੀਟੀ ਦਾ ਹੋ ਗਿਆ, ਪੀਟੈਟ ਦਾ ਹੋ ਗਿਆ, ਸੀਟੈਟ ਦਾ ਹੋ ਗਿਆ, ਜਾਂ ਜਿਹੜੀ ਵੀ ਕੰਪੀਟੀਸ਼ਨ ਦੇ ਵਿੱਚ ਜੀਐਸ ਦਾ ਪੋਰਸ਼ਨ ਜਿਹੜਾ ਉਹ ਆਉਂਦਾ ਹੈ, ਠੀਕ ਹੈ ਜੀ। ਤਾਂ ਇਹ ਕਲਾਸਿਸ ਤੁਹਾਡੇ ਵਾਸਤੇ ਕਾਫੀ ਬੈਨੀਫੀਸ਼ੀਅਲ ਹੋਣ ਵਾਲੀਆਂ ਨੇਗੀਆਂ। ਤੇ ਆਈ ਹੋਪ ਕਿ ਤੁਹਾਨੂੰ ਇਹ ਵੀਡੀਓਜ਼ ਜਿਹੜੀਆਂ ਨੇ ਪਸੰਦ ਆਉਣਗੀਆਂ ਮੇਰੀਆਂ। ਤੇ ਮੈਂ ਕਾਫੀ ਮਤਲਬ ਕਨਸੈਪਚੁਅਲ ਤਰੀਕੇ ਨਾਲ ਤੇ ਤੁਹਾਨੂੰ ਫੈਕਚੁਅਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਤੇ ਅੱਜ ਜਿਹੜੀ ਆਪਾਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਪੋਰਸ਼ਨ ਸਟਾਰਟ ਕਰਾਂਗੇ ਤਾਂ ਉਹ ਕਰਾਂਗੇ ਅੱਜ ਆਪਾਂ ਪੋਲੀਟੀਕਲ ਸਾਇੰਸ ਦਾ। ਪੋਲੀਟੀਕਲ ਸਾਇੰਸ ਦੀ ਸੀਰੀਜ਼ ਆਪਾਂ ਅੱਜ ਸਟਾਰਟ ਕਰਨ ਜਾ ਰਹੇ ਹਾਂ। ਤੇ ਪੋਲੀਟੀਕਲ ਸਾਇੰਸ ਦੇ ਵਿੱਚ ਅੱਜ ਆਪਾਂ ਜਿਹੜੀ ਕਲਾਸ 1 ਕਰਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਪੋਲੀਟੀਕਲ ਸਾਇੰਸ ਦੀ ਸੀਰੀਜ਼ ਸ਼ੁਰੂ ਕਰ ਰਹੇ ਹੈਗੇ, ਤਾਂ ਇਹਦੀ ਅੱਜ ਕਲਾਸ 1 ਹੈ, ਠੀਕ ਹੈ। ਤੇ ਮੈਨੂੰ ਆਸ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਊਗੀ। ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓਜ਼ ਨੇ ਤੁਹਾਡੇ ਤੱਕ ਸਾਰਿਆਂ ਨੂੰ ਪਹਿਲਾਂ ਪਹੁੰਚ ਜਾਣ। ਤੇ ਇੱਕ ਜਿਹੜਾ ਬੈਲ ਆਈਕਨ ਦਾ ਬਟਨ ਹੈਗਾ ਤੁਸੀਂ ਉਹਨੂੰ ਵੀ ਦਬਾ ਦਿਓ, ਤੇ ਜਿਹੜਾ ਵੀ ਨੋਟੀਫਿਕੇਸ਼ਨ ਅਸੀਂ ਤੁਹਾਨੂੰ ਪਾਇਆ ਕਰਾਂਗੇ ਤਾਂ ਤੁਹਾਡੇ ਤੱਕ ਜਲਦੀ ਪਹੁੰਚ ਜਾਇਆ ਕਰੂਗਾ, ਠੀਕ ਹੈ ਜੀ। ਤਾਂ ਪੋਲੀਟੀਕਲ ਸਾਇੰਸ ਦੀ ਕਲਾਸ ਆਪਾਂ ਸ਼ੁਰੂ ਕਰ ਲੈਂਗੇ ਜੀ। ਦੇਖੋ ਸਭ ਤੋਂ ਪਹਿਲਾਂ ਕੀ ਹੁੰਦਾ, ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਜਦੋਂ ਅਸੀਂ ਬੈਠਦੇ ਹਾਂ ਤਾਂ ਸਾਨੂੰ ਘੱਟੋ ਘੱਟ ਉਹਦੇ ਸਟਰਕਚਰ ਬਾਰੇ ਪਤਾ ਹੋਣਾ ਚਾਹੀਦਾ, ਪਹਿਲਾਂ ਸਟਰਕਚਰ ਬਾਰੇ, ਠੀਕ ਹੈ ਜੀ। ਮਤਲਬ ਜਾਂ ਫਿਰ ਤੁਹਾਨੂੰ ਉਹਦੇ ਪੈਟਰਨ ਬਾਰੇ ਪਤਾ ਹੋਣਾ ਚਾਹੀਦਾ ਹੈ ਵੀ ਐਗਜ਼ਾਮ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਜਿਹੜੇ ਨੇ ਪੁੱਛੇ ਜਾ ਰਹੇ ਨੇ। ਜੇ ਤੁਸੀਂ ਇਹਦੇ ਸਟਰਕਚਰ ਨੂੰ ਜਾਣਨਾ ਹੈ ਤਾਂ ਤੁਸੀਂ ਸਿਲੇਬਸ ਨੂੰ ਦੇਖੋ, ਤੇ ਪੁਰਾਣੇ ਜਿਹੜੇ ਆਏ ਹੋਏ ਕੁਐਸਚਨ ਨੇ, ਪੈਟਰਨ ਨੂੰ ਜਾਣਨਾ ਤਾਂ ਉਹ ਆਏ ਹੋਏ ਪੁਰਾਣੇ ਕੁਐਸਚਨ ਦੇਖੋ ਵੀ ਕਿਸ ਲੈਵਲ ਤੇ ਜਿਹੜੇ ਕੁਐਸਚਨ ਨੇ ਕਿਸੇ ਕੰਪੀਟੀਸ਼ਨ ਦੇ ਵਿੱਚ ਪੁੱਛੇ ਗਏ ਨੇ, ਠੀਕ ਹੈ। ਜੇ ਮੰਨ ਲਓ ਫਰਜ਼ ਕਰੋ ਤੁਸੀਂ ਨਾਇਬ ਤਹਿਸੀਲਦਾਰ ਦਾ ਪੇਪਰ ਦੇ ਰਹੇ ਹੋ, ਤਾਂ ਨਾਇਬ ਤਹਿਸੀਲਦਾਰ ਦੇ ਜਿਹੜੇ ਪੁਰਾਣੇ ਕੁਐਸਚਨ ਆਏ ਹੋਏ ਨੇ ਤੁਸੀਂ ਉਹਨੂੰ ਚੈੱਕ ਕਰੋ ਵੀ ਕਿਸ ਲੈਵਲ ਦੇ ਕੁਐਸਚਨ ਜਿਹੜੇ ਪੁੱਛੇ ਗਏ ਨੇ। ਜਾਂ ਫਿਰ ਤੁਸੀਂ ਪੀਟੈਟ ਦਾ ਪੇਪਰ ਦੇ ਰਹੇ ਹੋ, ਜਾਂ ਸੀਟੈਟ ਦਾ ਤੁਸੀਂ ਪੇਪਰ ਦੇ ਰਹੇ ਹੋ, ਜਾਂ ਫਿਰ ਤੁਸੀਂ ABCD ਪਟਵਾਰੀ ਦਾ ਐਗਜ਼ਾਮ ਦੇ ਰਹੇ ਹੋ, ਜਾਂ ਜੋ ਵੀ ਐਗਜ਼ਾਮ ਦੇ ਰਹੇ ਹੋ ਤੁਸੀਂ, ਠੀਕ ਹੈ। ਤਾਂ ਉਹਨੂੰ ਸਭ ਤੋਂ ਪਹਿਲਾਂ ਸਾਨੂੰ ਸਟਰਕਚਰ ਨੂੰ ਸਮਝਣਾ ਜ਼ਰੂਰੀ ਹੈ, ਤੇ ਪੈਟਰਨ ਨੂੰ ਸਾਨੂੰ ਸਮਝਣਾ ਜ਼ਰੂਰੀ ਹੈ, ਠੀਕ ਹੈ ਜੀ। ਤੇ ਤਾਂ ਇਹ ਕਾਫੀ ਇੰਪੋਰਟੈਂਟ ਹੋ ਜਾਂਦਾ ਤੁਹਾਡੇ ਵਾਸਤੇ। ਇਹਦੇ ਨਾਲ ਕੀ ਹੋ ਜਾਂਦਾ, ਇੱਕ ਤਾਂ ਤੁਹਾਡੀ ਕਿਸੇ ਪੇਪਰ ਦੇ ਪ੍ਰਤੀ ਜਿਹੜੇ ਵੀ ਕੁਐਸਚਨ ਆਣੇ ਹੁੰਦੇ ਨੇ ਉਹਦੇ ਪ੍ਰਤੀ ਸਮਝ ਬਣ ਜਾਂਦੀ ਹੈ। ਤੇ ਕਈ ਵਾਰ ਕੀ ਹੁੰਦਾ ਵੀ ਐਜ਼ ਇਟ ਇਜ਼ ਕੁਐਸਚਨ ਕਈ ਵਾਰੀ ਜਿਹੜੇ ਪੁਰਾਣੇ ਪੇਪਰ ਦੇ ਵਿੱਚ ਆਏ ਹੋਏ ਨੇ, ਓਲਡ ਪੇਪਰ ਦੇ ਵਿੱਚ ਆਏ ਹੋਏ ਨੇ, ਉਹ ਕਈ ਵਾਰੀ ਉਹ ਕੀ ਕਰ ਦਿੰਦਾ ਹੈ, ਉਹ ਦੁਬਾਰਾ ਕੁਐਸਚਨ ਪੁੱਛ ਲੈਂਦਾ ਹੁੰਦਾ, ਠੀਕ ਹੈ। ਜਿਵੇਂ ਦੇਖੋ ਮੈਂ ਤੁਹਾਨੂੰ ਇੱਕ ਇਸ ਵਾਰ ਮਾਸਟਰ ਕੇਡਰ ਦਾ ਜਿਹੜਾ ਪੇਪਰ ਹੋਇਆ ਹੈਗਾ, ਤਾਂ ਉਹਦੇ ਵਿੱਚ ਆਪਾਂ ਪਹਿਲਾਂ ਇੱਕ ਲੈਕਚਰਰ ਦਾ ਪੇਪਰ ਹੋਇਆ ਸੀਗਾ ਤੇ ਇੱਕ ਮਾਸਟਰ ਕੇਡਰ ਦਾ ਜਿਹੜਾ ਪੇਪਰ ਹੋਇਆ ਸੀਗਾ। ਮੈਂ ਤੁਹਾਨੂੰ ਇਹਦੇ ਵਿੱਚ ਪੁਰਾਣੇ ਓਲਡ ਕੁਐਸਚਨ ਕਰਵਾਏ ਸੀਗੇ, ਤੇ ਇਹਦੇ ਵਿੱਚ ਲਗਭਗ 130 ਤੋਂ ਲੈ ਕੇ 140 ਕੁਐਸਚਨ ਜਿਹੜੇ ਨੇ ਉਹ ਰਿਪੀਟਡ ਜਾਂ ਪੁਰਾਣੇ ਕੁਐਸਚਨਾਂ ਦੇ ਨਾਲ ਮਿਲਦੇ ਜੁਲਦੇ ਕੁਐਸਚਨ ਜਿਹੜੇ ਉਹ ਆਏ ਹੋਏ ਨੇ 150 ਦੇ ਵਿੱਚੋਂ, ਠੀਕ ਹੈ। ਤਾਂ ਦੇਖੋ 150 ਦੇ ਵਿੱਚੋਂ ਜੇ ਸਾਨੂੰ 130 ਨੰਬਰ ਮਤਲਬ ਉਹਦੇ ਨਾਲ ਮਿਲਦੇ ਜੁਲਦੇ ਕੁਐਸਚਨ ਆ ਗਏ ਹਨਾ, ਤਾਂ ਕਾਫੀ ਬੈਨੀਫੀਸ਼ੀਅਲ ਹੋ ਜਾਂਦਾ। ਸਾਨੂੰ ਇੱਕ ਪੇਪਰ ਦਾ ਪੈਟਰਨ ਪਤਾ ਲੱਗ ਜਾਂਦਾ ਵੀ ਹਾਂ ਕਿਸ ਲੈਵਲ ਦੇ ਕੁਐਸਚਨ ਜਿਹੜਾ ਐਗਜ਼ਾਮੀਨਰ ਜਿਹੜਾ ਪੁੱਛਣ ਜਾ ਰਿਹਾ ਹੈਗਾ, ਠੀਕ ਹੈ। ਤੇ ਚਲੋ ਪੋਲੀਟੀਕਲ ਸਾਇੰਸ ਦੀ ਕਲਾਸ ਆਪਾਂ ਸਟਾਰਟ ਕਰਦੇ ਹਾਂ ਅੱਜ, ਠੀਕ ਹੈ। ਤੇ ਪੋਲੀਟੀਕਲ ਸਾਇੰਸ ਦੇ ਵਿੱਚ ਜਿਹੜੇ ਕੁਐਸਚਨ ਸਾਡੇ ਕੰਪੀਟੀਸ਼ਨ ਵਿੱਚ ਪੁੱਛੇ ਜਾ ਰਹੇ ਨੇ, ਤਾਂ ਤੁਸੀਂ ਨੋਟ ਕੀਤਾ ਹੋਗਾ ਵੀ ਉਹ ਭਾਰਤ ਦੇ ਸੰਵਿਧਾਨ ਦੇ ਨਾਲ ਜੁੜੇ ਹੋਏ ਕੁਐਸਚਨ ਜ਼ਿਆਦਾ ਪੁੱਛੇ ਜਾਂਦੇ ਨੇ, ਸੰਵਿਧਾਨ ਦੇ ਬਾਰੇ, ਠੀਕ ਹੈ ਜੀ। ਹੁਣ ਜਿਹੜੀ ਚੀਜ਼ ਨੂੰ ਵੀ ਅਸੀਂ ਕਰਨਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਇਹਦੀ ਘੱਟੋ ਘੱਟ ਹਿਸਟਰੀ ਪਤਾ ਹੋਣੀ ਚਾਹੀਦੀ ਹੈ, ਸਾਨੂੰ ਇਹਦਾ ਇਤਿਹਾਸ ਪਤਾ ਹੋਣਾ ਚਾਹੀਦਾ ਹੈਗਾ ਵੀ ਸਾਡੇ ਸੰਵਿਧਾਨ ਦਾ ਜਿਹੜਾ ਇਤਿਹਾਸ ਉਹ ਕੀ ਰਹੇਗਾ, ਠੀਕ ਹੈ ਜੀ। ਚਲੋ ਅੱਜ ਦੀ ਕਲਾਸ ਆਪਾਂ ਸਟਾਰਟ ਕਰਦੇ ਹਾਂ, ਬਾਕੀ ਗੱਲਾਂ ਆਪਾਂ ਫੇਰ ਕਰਾਂਗੇ। ਤੇ ਹੁਣ ਦੇਖੋ ਕੀ ਸੀਗਾ 31 ਦਸੰਬਰ 1600 ਦੇ ਵਿੱਚ, 31 ਦਸੰਬਰ 1600 ਦੇ ਵਿੱਚ ਇੱਕ ਕੰਪਨੀ ਦੀ ਸਥਾਪਨਾ ਹੁੰਦੀ ਹੈ, ਉਹਦਾ ਨਾਮ ਸੀ ਜੀ ਈਸਟ ਇੰਡੀਆ ਕੰਪਨੀ। ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੁੰਦੀ ਹੈ। ਈਸਟ ਇੰਡੀਆ ਕੰਪਨੀ ਦੀ ਸਥਾਪਨਾ ਤੋਂ ਬਾਅਦ ਜਿਹੜੀ ਉੱਥੋਂ ਦੀ ਮਹਾਰਾਣੀ ਹੁੰਦੀ ਹੈ, ਮਹਾਰਾਣੀ ਐਲਿਜ਼ਾਬੈਥ ਜਿਹੜੀ ਹੁੰਦੀ ਹੈ, ਇਹ ਕੰਪਨੀ ਨੂੰ ਕੀ ਕਹਿ ਦਿੰਦੀ ਹੈ, ਐਲਿਜ਼ਾਬੈਥ ਜਿਹੜੀ ਹੈ ਇਹ 15 ਸਾਲਾਂ ਦੇ ਲਈ ਜਿਹੜੇ ਪੂਰਬੀ ਦੇਸ਼ ਨੇ ਜਿਹੜੇ, ਠੀਕ ਹੈ ਜੀ, ਪੂਰਬੀ ਦੇਸ਼ਾਂ ਦੇ ਨਾਲ ਵਪਾਰ ਕਰਨ ਦੀ ਉਹਨੂੰ ਆਗਿਆ ਪ੍ਰਦਾਨ ਕਰ ਦਿੰਦੀ ਹੈ, ਠੀਕ ਹੈ ਜੀ।
ਤੇ ਹੁਣ ਈਸਟ ਇੰਡੀਆ ਕੰਪਨੀ ਕੀ ਕਰਦੀ ਹੈਗੀ, ਈਸਟ ਇੰਡੀਆ ਕੰਪਨੀ ਪੂਰਬੀ ਦੇਸ਼ਾਂ ਦੇ ਵਿੱਚ ਆਉਂਦੀ ਹੈ ਤੇ ਆਪਣਾ ਉਹ ਵਪਾਰ ਕਰਨ ਦੇ ਇਰਾਦੇ ਨਾਲ ਆ ਜਾਂਦੀ ਹੈ। ਤੁਹਾਨੂੰ ਪਤਾ ਵੀ ਇੰਡੀਆ ਦੇ ਵਿੱਚ ਵੀ ਆਉਂਦੀ ਹੈ ਉਹ, ਠੀਕ ਹੈ। ਤੇ ਉਸ ਸਮੇਂ ਮੁਗਲ ਸਾਮਰਾਜ ਦਾ ਸ਼ਾਸਨ ਸੀਗਾ, ਮੁਗਲ ਸਾਮਰਾਜ ਸੀਗਾ, ਤੇ ਇਹਨਾਂ ਤੋਂ ਇਹ ਆਗਿਆ ਵਗੈਰਾ ਲੈਂਦੇ ਨੇ ਤੇ ਭਾਰਤ ਦੇ ਵਿੱਚ ਵਪਾਰ ਕਰਨਾ ਸਟਾਰਟ ਕਰ ਦਿੰਦੇ ਨੇ, ਠੀਕ ਹੈ। ਹੁਣ ਗੱਲ ਕਰਦੇ ਵੀ ਈਸਟ ਇੰਡੀਆ ਕੰਪਨੀ ਜਿਹੜੀ ਇੰਡੀਆ ਦੇ ਵਿੱਚ ਆਈ ਸੀ ਤਾਂ ਇਹਦਾ ਕੋਈ ਵੀ ਇਰਾਦਾ ਜਿਹੜਾ ਸੀ ਭਾਰਤ ਦੇ ਉੱਪਰ ਭੂ ਭਾਗ ਦੇ ਉੱਪਰ ਕਬਜ਼ਾ ਕਰਨਾ ਨਹੀਂ ਸੀਗਾ। ਮਤਲਬ ਭੂ ਭਾਗ ਇਹਦਾ ਮਕਸਦ ਨਹੀਂ ਸੀਗਾ, ਇਹਦਾ ਮੇਨ ਮਕਸਦ ਕੀ ਸੀਗਾ, ਵਪਾਰ ਕਰਨਾ, ਠੀਕ ਹੈ। ਤੇ ਵਪਾਰ ਕੀਤਾ ਵੀ ਇਹਨਾਂ ਨੇ। ਸਟਾਰਟਿੰਗ ਦੀਆਂ ਜਿੰਨੀ ਵੀ ਆਪਾਂ ਦੇਖਦੇ ਹਾਂ ਵੀ ਉਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਇਆ ਸੀ, ਚਾਹੇ ਉਹ ਸਟੀਫਨ, ਚਾਹੇ ਉਹ ਕੈਪਟਨ ਹੌਕਿੰਸ ਆਇਆ ਸੀ, ਠੀਕ ਹੈ। ਤੇ ਅਲੱਗ-ਅਲੱਗ ਜਿਹੜੇ ਅੰਗਰੇਜ਼ੀ ਸਰਕਾਰ ਵੱਲੋਂ ਭੇਜੇ ਗਏ ਸੀ ਨੁਮਾਇੰਦੇ, ਉਹ ਮੁਗਲ ਸਾਮਰਾਜ ਦੇ ਦਰਬਾਰ ਦੇ ਵਿੱਚ ਆਏ ਸੀਗੇ, ਠੀਕ ਹੈ। ਤਾਂ ਉਹਨਾਂ ਨੇ ਵਪਾਰ ਕਰਨ ਦੀ ਆਗਿਆ ਇੱਥੋਂ ਲਈ ਸੀ, ਠੀਕ ਹੈ। ਕਾਫੀ ਲੰਬਾ ਸਮਾਂ ਤੱਕ ਉਹ ਭਾਰਤ ਦੇ ਵਿੱਚ ਵਪਾਰ ਕਰਦੇ ਰਹੇ ਤੇ ਪੈਸਾ ਕਮਾਉਂਦੇ ਰਹੇ ਤੇ ਕਾਫੀ ਸਾਰਾ ਪੈਸਾ ਕਮਾ ਕੇ ਉਹਨਾਂ ਨੇ ਭਾਰਤ ਤੋਂ ਬਾਹਰ ਭੇਜਿਆ ਸੀਗਾ। 1757 ਤੱਕ ਉਹ ਆਪਣੇ ਆਪ ਨੂੰ ਪੈਸਾ ਕਮਾ ਕੇ ਇੰਨਾ ਕੁ ਮਜ਼ਬੂਤ ਕਰ ਰਹੇ ਸੀਗੇ ਵੀ ਉਹ ਵਪਾਰਕ ਤੌਰ ਤੇ ਤਾਂ ਮਜ਼ਬੂਤ ਹੋ ਹੀ ਰਹੇ ਸੀ, ਆਰਥਿਕ ਤੌਰ ਤੇ ਤਾਂ ਮਜ਼ਬੂਤ ਹੋ ਹੀ ਰਹੇ ਸੀਗੇ, ਠੀਕ ਹੈ ਜੀ। ਫਿਰ ਉਹਨਾਂ ਨੇ ਆਪਣੇ ਆਪ ਨੂੰ ਰਾਜਨੀਤਿਕ ਤੌਰ ਤੇ ਵੀ ਮਜ਼ਬੂਤ ਕਰਨਾ ਸ਼ੁਰੂ ਕਰਤਾ। ਉਹਦਾ ਕਾਰਨ ਕੀ ਸੀ? ਉਹਦਾ ਕਾਰਨ ਇਹ ਸੀ ਵੀ 1707 ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ, ਔਰੰਗਜ਼ੇਬ ਦੀ ਮੌਤ ਹੋ ਗਈ, ਠੀਕ ਹੈ ਜੀ। ਔਰੰਗਜ਼ੇਬ ਦੀ ਮੌਤ ਤੋਂ ਸਾਨੂੰ ਪਤਾ ਵੀ ਮੁਗਲ ਸਾਮਰਾਜ ਕੀ ਹੋ ਗਿਆ ਸੀ, ਕਮਜ਼ੋਰ ਹੋ ਗਿਆ ਸੀਗਾ। ਮੁਗਲ ਸ਼ਾਸਨ ਜਿਹੜਾ ਸੀ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਇਹਦੇ ਕਮਜ਼ੋਰ ਹੋਣ ਤੋਂ ਬਾਅਦ ਕੀ ਹੋਇਆ, ਜਿਹੜੇ ਭਾਰਤ ਦੇ ਬਾਕੀ ਰਾਜ ਸੀਗੇ, ਠੀਕ ਹੈ, ਚਾਹੇ ਉਹ ਬੰਗਾਲ ਸੀਗਾ, ਠੀਕ ਹੈ, ਚਾਹੇ ਉਹ ਮੈਸੂਰ ਸੀਗਾ, ਠੀਕ ਹੈ, ਚਾਹੇ ਉਹ ਪੰਜਾਬ ਸੀਗਾ, ਠੀਕ ਹੈ, ਜਾਂ ਫਿਰ ਹੋਰ ਵੀ ਅਵਧ ਸੀਗਾ, ਠੀਕ ਹੈ। ਤਾਂ ਇਹਨਾਂ ਦੇ ਵਿੱਚ ਇੱਕ ਸੁਤੰਤਰ ਰਿਆਸਤਾਂ ਜਿਹੜੀਆਂ ਸੀ ਉਹ ਕੀ ਹੋਣੀਆਂ ਸੀਗੀਆਂ, ਸਟਾਰਟ ਹੋਣੀਆਂ ਸੀਗੀਆਂ, ਉੱਭਰਨਾ ਸਟਾਰਟ ਹੋ ਗਈਆਂ ਸੀਗੀਆਂ। ਜਿਵੇਂ ਪੰਜਾਬ ਦੇ ਜਦੋਂ ਸਿੱਖਾਂ ਦਾ ਸਾਮਰਾਜ ਸਥਾਪਿਤ ਹੋਣਾ ਸ਼ੁਰੂ ਹੋ ਗਿਆ ਸੀਗਾ, ਠੀਕ ਹੈ, ਮਿਸਲਾਂ ਵਗੈਰਾ ਸਥਾਪਿਤ ਹੋਣਾ ਸ਼ੁਰੂ ਹੋ ਗਈਆਂ ਸੀਗੀਆਂ। ਤਾਂ ਮੁਗਲ ਸਾਮਰਾਜ ਕਾਫੀ ਉਸ ਟਾਈਮ ਦੇ ਵਿੱਚ ਕੀ ਹੋ ਗਿਆ ਸੀ, ਕਮਜ਼ੋਰ ਹੋ ਗਿਆ ਸੀਗਾ। ਤੇ ਇਸ ਤੋਂ ਇਲਾਵਾ ਮਰਾਠਿਆਂ ਦਾ ਵੀ ਉਭਾਰ ਹੋ ਗਿਆ ਸੀਗਾ, ਠੀਕ ਹੈ। ਤਾਂ ਇਹਨਾਂ ਨੇ ਜਦੋਂ ਭਾਰਤ ਦੇ ਪੋਲੀਟੀਕਲ ਸਟਰਕਚਰ ਨੂੰ ਦੇਖਿਆ, ਠੀਕ ਹੈ, ਤਾਂ ਇਹਨਾਂ ਨੂੰ ਲੱਗਿਆ ਵੀ ਹਾਂ ਅਸੀਂ ਵੀ ਭਾਰਤ ਦੇ ਵਿੱਚ ਸ਼ਾਸਨ ਹੁਣ ਕਰ ਸਕਦੇ ਹਾਂ, ਠੀਕ ਹੈ। ਤਾਂ ਆਪਣੇ ਆਪ ਨੂੰ ਇੰਨਾ ਕੁ ਮਜ਼ਬੂਤ ਇਹਨਾਂ ਨੇ ਕਰ ਲਿਆ ਵੀ 1757 ਦੇ ਵਿੱਚ ਇਹਨਾਂ ਨੇ ਬੰਗਾਲ ਦੇ ਨਵਾਬ ਸਿਰਾਜਉਦੌਲਾ ਨੂੰ ਪਲਾਸੀ ਦੀ ਲੜਾਈ ਦੇ ਵਿੱਚ ਹਰਾਤਾ ਸੀ, ਠੀਕ ਹੈ ਜੀ। ਤਾਂ ਇੱਥੋਂ ਜਿਹੜੇ ਅੰਗਰੇਜ਼ ਸੀ ਇਹ ਪੋਲੀਟੀਕਲ ਤੌਰ ਤੇ ਇੱਕ ਵੱਡੀ ਪਾਵਰ ਦੇ ਰੂਪ ਦੇ ਵਿੱਚ ਉੱਭਰ ਕੇ ਆਏ ਭਾਰਤ ਦੇ ਵਿੱਚ। ਇਸ ਤੋਂ ਬਾਅਦ ਫਿਰ ਇਹਨਾਂ ਨੇ 1764 ਦੇ ਵਿੱਚ ਬਕਸਰ ਦੀ ਲੜਾਈ ਦੇ ਵਿੱਚ, ਠੀਕ ਹੈ ਜੀ, ਮੁਗਲ ਬਾਦਸ਼ਾਹ ਤੇ ਹੋਰ ਜਿਹੜੀਆਂ ਅਵਧ ਦੇ ਨਵਾਬ ਤੇ ਬੰਗਾਲ ਦੇ ਜਿਹੜਾ ਨਵਾਬ ਸੀਗਾ ਉਹਨੂੰ ਵੀ ਇੱਕ ਸਾਂਝੀ ਲੜਾਈ ਦੇ ਵਿੱਚ ਜਿਹੜਾ ਸੀ ਉਹ ਹਰਾਤਾ ਸੀਗਾ ਬਕਸਰ ਦੇ ਉੱਤੇ। ਤਾਂ ਇੱਥੋਂ ਜਿਹੜੀ ਅੰਗਰੇਜ਼ਾਂ ਦੀ ਤਾਕਤ ਉਹ ਕਾਫੀ ਵੱਧ ਚੁੱਕੀ ਸੀ, ਠੀਕ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਵੀ 1765 ਦੇ ਵਿੱਚ ਇੱਕ ਇਲਾਹਾਬਾਦੀ ਸੰਧੀ ਹੁੰਦੀ ਹੈ। ਇਲਾਹਾਬਾਦੀ ਸੰਧੀ ਦੇ ਵਿੱਚ ਇਲਾਹਾਬਾਦੀ ਸੰਧੀ ਤੋਂ ਬਾਅਦ ਬੰਗਾਲ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਜਿਹੜੀ ਉਹ ਲਾਗੂ ਕੀਤੀ ਜਾਂਦੀ ਹੈ। ਇਹ ਵੈਸੇ ਹਿਸਟਰੀ ਦਾ ਟੌਪਿਕ ਹੈ, ਮੈਂ ਤੁਹਾਨੂੰ ਜਸਟ ਇਹ ਸਮਝਾ ਰਿਹਾ ਵੀ ਭਾਰਤ ਦਾ ਆਪਾਂ ਦੁਬਾਰਾ ਉਸੇ ਗੱਲ ਤੇ ਆਵਾਂਗੇ ਵੀ ਭਾਰਤ ਦਾ ਜਿਹੜਾ ਸੰਵਿਧਾਨ ਬਣਾਏਗਾ ਉਹਦੀ ਹਿਸਟਰੀ ਕੀ ਸੀ। ਮੈਂ ਥੋੜੀ ਹਿਸਟਰੀ ਬਾਰੇ ਗੱਲ ਕਰਨਾ ਇੱਥੋਂ। ਤਾਂ ਦੋਹਰੀ ਸ਼ਾਸਨ ਪ੍ਰਣਾਲੀ ਬੰਗਾਲ ਦੇ ਵਿੱਚ ਲਾਗੂ ਕਰ ਦਿੱਤੀ ਸੀ, ਠੀਕ ਹੈ। 1772 ਤੱਕ ਇਹ ਜਿਹੜੀ ਦੋਹਰੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਰਹੀ ਹੈ। ਇਸ ਤੋਂ ਬਾਅਦ ਤੁਹਾਨੂੰ ਪਤਾ ਵੀ ਵਾਰਨ ਹੈਸਟਿੰਗ ਜਿਹੜਾ ਭਾਰਤ ਦਾ ਬੰਗਾਲ ਦਾ ਗਵਰਨਰ ਜਨਰਲ ਬਣ ਕੇ ਆਉਂਦਾ ਹੈ, ਗਵਰਨਰ ਬਣ ਕੇ ਆਉਂਦਾ ਹੈ। ਫਿਰ ਕਿਉਂਕਿ ਅੰਗਰੇਜ਼ ਥੋੜੇ ਜਿਹੇ ਅਨੁਸ਼ਾਸਨ ਪਸੰਦ ਨੇ, ਅਨੁਸ਼ਾਸਨ ਪਸੰਦ ਮੀਨਸ ਸਿਸਟਮੈਟਿਕ ਤਰੀਕੇ ਨਾਲ ਕੰਮ ਕਰਨਾ ਪਸੰਦ ਕਰਦੇ ਨੇਗੇ। ਤੇ ਉਹਨਾਂ ਨੇ ਕੀ ਕੀਤਾ, ਭਾਰਤ ਦੇ ਲਈ ਫਿਰ ਇੱਕ 1773 ਦਾ ਇੱਕ ਐਕਟ ਪਾਸ ਕੀਤਾ ਜਿਹਨੂੰ ਅਸੀਂ ਰੈਗੂਲੇਟਿੰਗ ਐਕਟ ਦੇ ਨਾਮ ਨਾਲ ਜਾਣਦੇ ਹਾਂ। ਰੈਗੂਲੇਟਿੰਗ ਐਕਟ, ਠੀਕ ਹੈ ਜੀ, ਰੈਗੂਲੇਟਿੰਗ ਐਕਟ। ਰੈਗੂਲੇਟਿੰਗ ਐਕਟ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਭਾਰਤ ਦਾ ਪਹਿਲਾ ਐਕਟ ਸੀਗਾ, ਠੀਕ ਹੈ। ਤੇ ਹੁਣ ਦੇਖੋ ਇਸ ਤੋਂ ਬਾਅਦ ਇਹਨਾਂ ਨੇ ਇੱਕ ਫਿਰ 1781 ਦੇ ਵਿੱਚ ਵੀ ਐਕਟ ਬਣਾਇਆ, ਠੀਕ ਹੈ ਜੀ, ਸੈਟਲਮੈਂਟ ਐਕਟ ਬੋਲਦੇ ਆ ਇਹਨੂੰ, ਠੀਕ ਹੈ। ਫਿਰ 1784 ਦਾ ਇੱਕ ਪਿਟਸ ਇੰਡੀਆ ਐਕਟ ਹੈਗਾ, ਠੀਕ ਹੈ ਜੀ। ਫਿਰ ਸਮੇਂ-ਸਮੇਂ ਤੇ ਇਹਨਾਂ ਨੇ 1813 ਦਾ, 1833 ਦਾ, ਠੀਕ ਹੈ ਜੀ, 1853 ਦੇ ਵਿੱਚ, ਠੀਕ ਹੈ। ਤੇ ਫਿਰ 1858 ਦੇ ਵਿੱਚ, ਫਿਰ 1861 ਦਾ ਇੱਕ ਐਕਟ ਵੀ ਆ ਜਾਂਦਾ, 1876 ਦਾ ਐਕਟ ਆ ਜਾਂਦਾ ਹੈ, 1892 ਦਾ ਐਕਟ ਆ ਜਾਂਦਾ ਹੈ, ਠੀਕ ਹੈ। ਫਿਰ 1919 ਦਾ ਐਕਟ ਆ ਜਾਂਦਾ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ 1935 ਦਾ ਐਕਟ ਆ ਜਾਂਦਾ ਹੈ, ਠੀਕ ਹੈ। ਫਿਰ 1947 ਦਾ ਜਿਹੜਾ ਲਾਸਟ ਐਕਟ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਸੀਗਾ, ਠੀਕ ਹੈ ਜੀ। ਤਾਂ ਸਮੇਂ-ਸਮੇਂ ਤੇ ਇਹਨਾਂ ਨੇ ਜਿਹੜਾ ਸੀ ਭਾਰਤ ਦਾ ਸ਼ਾਸਨ ਚਲਾਉਣ ਲਈ ਕੁਝ ਐਕਟ ਬਣਾਏ ਸੀਗੇ। ਤੇ ਪਰ ਇਹ ਤਾਂ ਸੀ ਥੋੜੀ ਸਾਡੀ ਬੇਸਿਕ ਜਿਹੜੀ ਹਿਸਟਰੀ ਸੀਗੀ ਇਹਦੀ, ਠੀਕ ਹੈ, ਵੀ ਜਿਹੜੇ ਅੰਗਰੇਜ਼ਾਂ ਵੱਲੋਂ ਬਣਾਏ ਗਏ ਐਕਟ ਸੀਗੇ। ਇਹਨਾਂ ਨੇ ਮਤਲਬ ਭਾਰਤ ਦੇ ਸਿਸਟਮ ਨੂੰ ਚਲਾਉਣ ਲਈ ਜਿਹੜਾ ਸੀ ਕੁਝ ਜਿਹੜੇ ਰੂਲ ਰੈਗੂਲੇਸ਼ਨ ਬਣਾਏ ਸੀਗੇ। ਪਰ ਐਕਚੁਅਲ ਦੇ ਵਿੱਚ ਸਾਡੀ ਸੰਵਿਧਾਨ ਜਿਹੜਾ ਬਣਿਆਗਾ, ਸਾਡਾ ਸੰਵਿਧਾਨ ਬਣਿਆਗਾ, ਇਹਦੀ ਜਿਹੜੀ ਹਿਸਟਰੀ ਸਟਾਰਟ ਹੁੰਦੀ ਹੈ, ਠੀਕ ਹੈ। ਤਾਂ ਇਹ ਲਗਭਗ ਸੈਕੰਡ ਵਰਲਡ ਵਾਰ ਦੇ ਟਾਈਮ ਤੋਂ ਬਾਅਦ ਸਟਾਰਟ ਹੁੰਦੀ ਹੈ। ਵਰਲਡ ਵਾਰ ਜਿਹੜਾ ਸੈਕੰਡ ਚੱਲ ਰਿਹਾ ਸੀਗਾ। ਹੁਣ ਸਾਨੂੰ ਪਤਾ ਹੈ ਵੀ 1939 ਤੋਂ ਲੈ ਕੇ 1942 ਤੱਕ ਜਿਹੜਾ ਵਰਲਡ ਵਾਰ ਸੀਗਾ ਉਹਦੇ ਵਿੱਚ ਜਰਮਨੀ ਦੀ
ਜਿਹੜੀ ਤਾਕਤ ਸੀ ਕਾਫੀ ਵਧ ਗਈ ਸੀ, ਮਤਲਬ ਜਰਮਨੀ ਲਗਭਗ ਜਿੱਤ ਪ੍ਰਾਪਤ ਕਰ ਰਿਹਾ ਸੀਗਾ 1942 ਤੱਕ। ਉਸ ਤੋਂ ਬਾਅਦ ਇੱਕਦਮ ਪਾਸਾ ਪਲਟਿਆ ਤੇ 1942 ਦੇ ਵਿੱਚ ਇਹ ਲੱਗਣ ਲੱਗ ਗਿਆ ਵੀ ਜਰਮਨੀ ਜਿਹੜਾ ਹੈਗਾ ਉਹ ਵਰਲਡ ਵਾਰ ਸੈਕੰਡ ਜਿਹੜਾ ਸੀ ਉਹ ਜਿੱਤ ਜੂਗਾ। ਪਰ ਉਸ ਤੋਂ ਬਾਅਦ ਬਹੁਤ ਸਾਰੇ ਹਾਲਾਤ ਬਣ ਗਏ ਇਸ ਤਰ੍ਹਾਂ ਦੇ ਵੀ ਜਰਮਨੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ। 1942 ਦੇ ਵਿੱਚ ਦੇਖੋ ਕੀ ਹੋਇਆ, ਅੰਗਰੇਜ਼ਾਂ ਨੂੰ ਲੱਗਣ ਲੱਗਿਆ ਵੀ ਅਸੀਂ ਸ਼ਾਇਦ ਹੁਣ ਹਾਰ ਜਾਵਾਂਗੇ ਯੁੱਧ, ਠੀਕ ਹੈ। ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਭਾਰਤ ਦੀ ਮਦਦ ਮਹਿਸੂਸ ਕੀਤੀ, ਉਹਨਾਂ ਨੂੰ ਭਾਰਤ ਦੀ ਮਦਦ ਦੀ ਲੋੜ ਸੀ, ਭਾਰਤ ਦੀ ਮਦਦ ਦੀ ਲੋੜ ਸੀ, ਠੀਕ ਹੈ ਜੀ। ਤੇ ਇਸ ਤੋਂ ਬਾਅਦ ਫਿਰ ਜਿਵੇਂ ਅਮਰੀਕਾ ਹੋ ਗਿਆ, USA, ਠੀਕ ਹੈ ਜੀ, ਜਾਂ ਰੂਸ ਹੋ ਗਿਆ ਤੇ ਚੀਨ ਹੋ ਗਿਆ, ਇਹ ਵੀ ਮੰਗ ਕਰਨ ਲੱਗੇ ਵੀ ਭਾਰਤ ਨੂੰ ਕੀ ਕੀਤਾ ਜਾਵੇ, ਆਜ਼ਾਦ ਕੀਤਾ ਜਾਵੇ, ਠੀਕ ਹੈ। ਤੇ ਭਾਰਤ ਦੀ ਸਹਾਇਤਾ ਜਿਹੜੀ ਉਹ ਵਰਲਡ ਵਾਰ ਸੈਕੰਡ ਦੇ ਵਿੱਚ ਪ੍ਰਾਪਤ ਕੀਤੀ ਜਾਵੇ। ਹੁਣ ਜੇ ਤੁਸੀਂ ਭਾਰਤ ਦੀ ਸਹਾਇਤਾ ਲੈਣੀ ਹੈ ਤਾਂ ਪਰ ਤੁਹਾਨੂੰ ਸਭ ਤੋਂ ਪਹਿਲਾਂ ਕਾਂਗਰਸ ਦੀ ਸਹਾਇਤਾ ਲੈਣੀ ਪਊਗੀ, ਕਿਉਂਕਿ ਉਸ ਟਾਈਮ ਕਾਂਗਰਸ ਹੀ ਭਾਰਤ ਸੀ ਤੇ ਭਾਰਤ ਹੀ ਕਾਂਗਰਸ ਸੀ। ਮਤਲਬ ਕਾਂਗਰਸ ਦੀ ਜਿਹੜੀ ਭੂਮਿਕਾ ਸੀ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਸੀਗੀ। ਤੇ ਜੇ ਹੁਣ ਕਾਂਗਰਸ ਦੀ ਤੁਸੀਂ ਇਜਾਜ਼ਤ ਲੈਣੀ ਹੈ ਤਾਂ ਫਿਰ ਤੁਹਾਨੂੰ ਗਾਂਧੀ ਦੀ ਇਜਾਜ਼ਤ ਲੈਣੀ ਪਊਗੀ, ਠੀਕ ਹੈ ਜੀ। ਤਾਂ ਫਿਰ ਕੀ ਹੋਇਆ, ਭਾਰਤ ਦੀ ਸਹਾਇਤਾ ਪ੍ਰਾਪਤ ਕਰਨ ਦੇ ਲਈ ਫਿਰ ਅੰਗਰੇਜ਼ੀ ਸਰਕਾਰ ਨੇ ਉਸ ਟਾਈਮ ਕੀ ਕੀਤਾ, ਵਿੰਸਟਨ ਚਰਚਿਲ ਉਸ ਟਾਈਮ ਪ੍ਰਧਾਨ ਮੰਤਰੀ ਸੀਗੇ ਇੰਗਲੈਂਡ ਦੇ। ਤਾਂ ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਇੱਕ ਮਿਸ਼ਨ ਭੇਜਿਆ ਜਿਸ ਮਿਸ਼ਨ ਦਾ ਨਾਮ ਸੀ ਕ੍ਰਿਪਸ ਮਿਸ਼ਨ, ਠੀਕ ਹੈ ਜੀ। 1942 ਦੇ ਵਿੱਚ ਇਹ ਕ੍ਰਿਪਸ ਮਿਸ਼ਨ ਭਾਰਤ ਆਇਆ, ਠੀਕ ਹੈ ਜੀ। ਜਿਹੜੇ ਇਹਦੇ ਹੈੱਡ ਸੀਗੇ ਉਹ ਸੀਗੇ ਸਰ ਸਟੈਫਰਡ ਕ੍ਰਿਪਸ ਜਿਹੜੇ ਸੀਗੇ ਇਹਦੇ ਪ੍ਰਧਾਨ ਸੀਗੇ ਸਰ ਸਟੈਫਰਡ ਕ੍ਰਿਪਸ, ਠੀਕ ਹੈ ਜੀ। ਤੇ ਹੁਣ ਇਸ ਕ੍ਰਿਪਸ ਮਿਸ਼ਨ ਨੇ ਕੀ ਸ਼ਰਤਾਂ ਰੱਖੀਆਂ, ਠੀਕ ਹੈ। ਇਹਦੇ ਵਿੱਚ ਜਿਹੜੀ ਕਾਂਗਰਸ ਦੇ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ। ਤੇ ਉਹਨਾਂ ਨੇ ਕ੍ਰਿਪਸ ਮਿਸ਼ਨ ਨੇ ਕੀ ਭਾਰਤ ਦੇ ਸਾਹਮਣੇ ਜਿਹੜੀਆਂ ਸੀਗੀਆਂ ਸ਼ਰਤਾਂ ਰੱਖੀਆਂ ਸੀ ਵੀ ਤੁਸੀਂ ਸਾਡੀ ਸਹਾਇਤਾ ਕਰੋ ਤੇ ਅਸੀਂ ਤੁਹਾਨੂੰ ਬਾਅਦ ਵਿੱਚ ਕੀ ਦੇਵਾਂਗੇ। ਤਾਂ ਉਹਨੇ ਕਿਹਾ ਸੀ ਵੀ ਅਸੀਂ ਯੁੱਧ ਦੀ ਸਮਾਪਤੀ ਤੋਂ ਬਾਅਦ ਕੀ ਕਰਾਂਗੇ, ਇੱਕ ਸੰਵਿਧਾਨ ਸਭਾ ਦਾ ਗਠਨ ਕਰਾਂਗੇ, ਯੁੱਧ ਦੀ ਸਮਾਪਤੀ ਤੋਂ ਬਾਅਦ, ਠੀਕ ਹੈ ਜੀ, ਸੰਵਿਧਾਨ ਸਭਾ ਦਾ ਗਠਨ ਕਰਾਂਗੇ। ਤੇ ਜਿਹੜੀ ਮੁਸਲਿਮ ਲੀਗ ਜਿਹੜੀ ਹੋਊਗੀ ਇਹ ਸੰਵਿਧਾਨ ਸਭਾ ਦੇ ਵਿੱਚ ਸ਼ਾਮਲ ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ ਹੈਗੀ, ਠੀਕ ਹੈ। ਤੇ ਅਸੀਂ ਭਾਰਤ ਨੂੰ ਕੋਈ ਡੋਮੀਨੀਅਨ ਰਾਜ ਦਾ ਦਰਜਾ ਦੇਵਾਂਗੇ। ਡੋਮੀਨੀਅਨ ਦਾ ਮਤਲਬ ਕੀ ਹੁੰਦਾ ਹੈ, ਡੋਮੀਨੀਅਨ ਰਾਜ ਦਾ ਦਰਜਾ ਦੇਵਾਂਗੇ। ਇਹਦਾ ਮਤਲਬ ਕੀ ਸੀਗਾ ਵੀ ਅਸੀਂ ਭਾਰਤ ਨੂੰ ਇੱਕ ਭਾਰਤ ਰਹੂਗਾ ਤਾਂ ਸਾਡਾ ਉਪਨਿਵੇਸ਼, ਠੀਕ ਹੈ ਜੀ, ਉਪਨਿਵੇਸ਼ ਰਹੂਗਾ, ਪਰ ਇਹਨੂੰ ਅਸੀਂ ਜਿਹੜੀਆਂ ਇਹਦੀ ਸ਼ਕਤੀਆਂ ਹੋਣਗੀਆਂ ਜਾਂ ਜਿਹੜਾ ਰਾਜ ਨੂੰ ਹੈਂਡਲ ਕਰਨ ਦੀ ਜਿਹੜੀ ਪਾਵਰ ਹੋਊਗੀ ਅਸੀਂ ਉਹ ਭਾਰਤੀਆਂ ਨੂੰ ਪ੍ਰਦਾਨ ਕਰ ਦਾਂਗੇ, ਠੀਕ ਹੈ ਜੀ। ਮਤਲਬ ਰਹੂਗਾ ਸਾਡੇ ਅਧੀਨ ਹੀ ਪਰ ਫਿਰ ਵੀ, ਠੀਕ ਹੈ। ਤਾਂ ਫਿਰ ਦੇਖੋ ਇਸ ਨੂੰ ਕੀ ਕਰਤਾ ਸੀਗਾ, ਇਹਨੂੰ ਇੱਕ ਤਾਂ ਮੁਸਲਿਮ ਲੀਗ ਨੇ ਵੀ ਇਹਨੂੰ ਅਸਵੀਕਾਰ ਕਰਤਾ ਸੀ, ਕਿਉਂਕਿ ਇਹਦੇ ਵਿੱਚ ਉਹਨਾਂ ਨੂੰ ਲੱਗਿਆ ਸੀ ਵੀ ਕਿਤੇ ਸਾਨੂੰ ਅਲੱਗ ਤੋਂ ਪਾਕਿਸਤਾਨ ਜਾਂ ਅਲੱਗ ਤੋਂ ਦੇਸ਼ ਜਿਹੜਾ ਉਹ ਸਾਨੂੰ ਪ੍ਰਦਾਨ ਕੀਤਾ ਜਾਊਗਾ, ਠੀਕ ਹੈ। ਪਰ ਇਹਨਾਂ ਨੂੰ ਕਿਤੇ ਲੱਗਿਆ ਨਹੀਂ, ਇਹਦੇ ਵਿੱਚ ਇਹ ਗੱਲ ਕਰ ਰਹੇ ਨੇਗੇ ਇਸ ਤਰ੍ਹਾਂ ਦੀ। ਤੇ ਕਾਂਗਰਸ ਨੇ ਵੀ ਇਸ ਨੂੰ ਅਸਵੀਕਾਰ ਕਰਤਾ ਸੀਗਾ ਤੇ ਕਾਂਗਰਸ ਨੂੰ ਲੱਗਿਆ ਵੀ ਕਿਤੇ ਇਹ ਦੇਸ਼ ਨੂੰ ਪਾੜਨ ਦੀ ਜਿਹੜੀ ਯੋਜਨਾ ਉਹ ਬਣਾਈ ਜਾ ਰਹੀ ਹੈ। ਤੇ ਇਸ ਕਰਕੇ ਫਿਰ ਪੰਡਿਤ ਨਹਿਰੂ ਨੇ ਤੇ ਮਹਾਤਮਾ ਗਾਂਧੀ ਨੇ ਇਹਨੂੰ ਕਿਹਾ ਸੀਗਾ ਪੋਸਟ ਡੇਟਡ ਚੈੱਕ, ਜਿਹੜਾ ਕ੍ਰਿਪਸ ਮਿਸ਼ਨ ਆਇਆ ਸੀਗਾ ਇਹਨੂੰ ਪੋਸਟ ਡੇਟਡ ਚੈੱਕ ਦੀ ਸੰਗਿਆ ਦਿੱਤੀ ਹੈ ਮਹਾਤਮਾ ਗਾਂਧੀ ਨੇ। ਤੇ ਨਹਿਰੂ ਨੇ ਕਿਹਾ ਸੀ ਇਸ ਨੂੰ ਪੋਸਟ ਡੇਟਡ ਚੈੱਕ ਅਪਨ ਏ crashing bank, post dated check upon a crashing bank, मतलब ਡੁੱਬ ਰਹੇ ਬੈਂਕ ਦਾ ਚੈੱਕ, ਠੀਕ ਹੈ ਜੀ। ਡੁੱਬ ਰਹੇ ਬੈਂਕ ਦਾ ਚੈੱਕ ਇਹਨੂੰ ਕਿਹਨੇ ਕਿਹਾ ਸੀਗਾ, ਇਹਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀਗਾ ਤੇ ਮਹਾਤਮਾ ਗਾਂਧੀ ਨੇ ਇਹਨੂੰ ਕੀ ਕਿਹਾ ਸੀ, ਪੋਸਟ ਡੇਟਡ ਚੈੱਕ, ਠੀਕ ਹੈ ਨਾ, ਵੀ ਬਾਅਦ ਦੀ ਤਰੀਕ ਦਾ ਜਿਹੜਾ ਚੈੱਕ ਹੈਗਾ, ਠੀਕ ਹੈ। ਤੇ ਹੁਣ ਇਹਨੂੰ ਕਿਉਂ ਕਿਹਾ, ਇਹਦਾ ਕਾਰਨ ਮੈਂ ਤੁਹਾਨੂੰ ਸਮਝਾ ਦਿੰਦਾ ਕਿਉਂ ਕਿਹਾ, ਕਿਉਂਕਿ ਉਸ ਸਮੇਂ ਲੱਗ ਰਿਹਾ ਸੀ ਵੀ ਇੰਗਲੈਂਡ ਜਿਹੜਾ ਉਹ ਹਾਰ ਜਾਊਗਾ। 1942 ਤੱਕ ਪੋਜੀਸ਼ਨ ਬਣ ਰਹੀ ਸੀ ਵੀ ਇੰਗਲੈਂਡ ਜਿਹੜਾ ਹਾਰ ਜਾਊਗਾ। ਤਾਂ ਫਿਰ ਪੋਸਟ ਡੇਟਡ ਚੈੱਕ ਮਤਲਬ ਵੀ ਇੱਕ ਬੀਤੀ ਤਰੀਕ ਦਾ ਚੈੱਕ ਜਾਂ ਬੀਤੀ ਹੋਈ ਤਰੀਕ ਦਾ ਚੈੱਕ ਹੈਗਾ ਵੀ ਜਦੋਂ ਇੰਗਲੈਂਡ ਪਾਵਰਫੁਲ ਸੀ ਉਸ ਟਾਈਮ ਤਾਂ ਉਹਨੇ ਸਾਨੂੰ ਇਹ ਦੇਣ ਦੀ ਗੱਲ ਨਹੀਂ ਕਿ ਸਾਡੀਆਂ ਮੰਗਾਂ ਮੰਨਣ ਦੀ ਗੱਲ ਨਹੀਂ ਕਿ, ਪਰ ਹੁਣ ਸਾਡੀਆਂ ਮੰਗਾਂ ਦੀ ਗੱਲ ਕਰ ਰਹੇ ਨੇ, ਠੀਕ ਹੈ ਜੀ। ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ 1943 ਦੇ ਇਰਦ ਗਿਰਦ ਸੁਭਾਸ਼ ਚੰਦਰ ਬੋਸ ਸੀਗੇ, ਉਹ ਵੀ ਬਰਮਾ ਦੀ ਸੀਮਾ ਟੱਪ ਕੇ ਭਾਰਤ ਦੇ ਨੇੜੇ ਪਹੁੰਚ ਚੁੱਕੇ ਸੀਗੇ, ਠੀਕ ਹੈ, ਕਾਫੀ, ਠੀਕ ਹੈ। ਤੇ ਠੀਕ ਹੈ, ਤਾਂ ਇਹ ਕਾਫੀ ਇੰਪੋਰਟੈਂਟ ਹੋ ਜਾਂਦਾ ਹੈਗਾ, ਕਈ ਵਾਰ ਕੁਐਸਚਨ ਇਹਦੇ ਨਾਲ ਜਿਹੜੇ ਪੁੱਛੇ ਗਏ ਨੇ, ਠੀਕ ਹੈ। ਤਾਂ ਫਿਰ ਕੁੱਲ ਮਿਲਾ ਕੇ ਅਸੀਂ ਇਹ ਕਹਾਂਗੇ ਵੀ ਕਾਂਗਰਸ ਨੇ ਜਿਹੜੀ ਕ੍ਰਿਪਸ ਮਿਸ਼ਨ ਦੀਆਂ ਜਿਹੜੀਆਂ ਸ਼ਰਤਾਂ ਸੀਗੀਆਂ ਉਹਨੂੰ ਕੀ ਕਰਤਾ ਸੀ, ਨਾ ਮਨਜ਼ੂਰ ਕਰਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਭਾਰਤ ਦੇ ਵਿੱਚ ਕੀ ਚਲਾਇਆ ਗਿਆ ਸੀਗਾ, ਭਾਰਤ ਛੱਡੋ ਅੰਦੋਲਨ ਚਲਾਇਆ ਗਿਆ ਸੀਗਾ 8
ਅਗਸਤ ਤੋਂ ਸਟਾਰਟ ਹੋਇਆ ਸੀ, ਸ਼ੁਰੂ ਹੋਇਆ ਸੀ, ਮਤਾ ਪਾਸ ਹੋਇਆ ਸੀਗਾ ਤੇ ਇਹਨੂੰ ਸ਼ੁਰੂ ਕੀਤਾ ਗਿਆ ਸੀ ਭਾਰਤ ਛੱਡ ਅੰਦੋਲਨ ਤੇ ਕਰੋ ਜਾਂ ਮਰੋ, ਡੂ ਔਰ ਡਾਈ ਦਾ ਜਿਹੜਾ ਨਾਰਾ ਦਿੱਤਾ ਗਿਆ ਸੀਗਾ। ਠੀਕ ਹੈ, ਖੈਰ ਚਲੋ ਇਹਦੇ ਵਿੱਚ ਇਹ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਇਹਨੂੰ ਆਪਾਂ ਹਿਸਟਰੀ ਦੇ ਵਿੱਚ ਕੰਪਲੀਟ ਕਰਾਂਗੇ ਸਾਰੇ ਟੌਪਿਕ ਨੂੰ। ਠੀਕ ਹੈ, ਫਿਰ ਦੇਖੋ ਕੀ ਹੋਇਆ। ਫਿਰ ਹਾਲਾਤ ਇਸ ਤਰ੍ਹਾਂ ਦੇ ਬਣੇ ਵੀ ਇੰਗਲੈਂਡ ਜਿਹੜਾ ਸੀਗਾ ਉਹ ਯੁੱਧ ਜਿੱਤ ਗਿਆ ਸੀ, ਜਰਮਨੀ ਜਿਹੜਾ ਸੀਗਾ ਉਹਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਤੇ ਜਾਪਾਨ ਵੀ ਜਰਮਨੀ ਦੇ ਨਾਲ ਸੀ, ਉਸ ਕਰਕੇ ਹਾਰ ਦਾ ਸਾਹਮਣਾ ਕਰਨਾ ਪੈ ਗਿਆ। 1945 ਦੇ ਵਿੱਚ ਜਿਹੜਾ ਸੈਕੰਡ ਵਰਲਡ ਵਾਰ ਸੀਗਾ ਉਹ ਕੀ ਹੋ ਗਿਆ ਸੀ, ਵਰਲਡ ਵਾਰ ਜਿਹੜਾ ਸੈਕੰਡ ਸੀ ਉਹ ਸਮਾਪਤ ਹੋ ਗਿਆ ਸੀਗਾ, ਉਹ ਸਮਾਪਤ ਹੋ ਗਿਆ, ਵਰਲਡ ਵਾਰ ਸੈਕੰਡ ਸਮਾਪਤ ਹੋ ਗਿਆ। ਤੇ ਇਸ ਤੋਂ ਬਾਅਦ ਫਿਰ ਇੰਗਲੈਂਡ ਦੇ ਵਿੱਚ ਵੀ ਜਿਹੜਾ ਸੱਤਾ ਪਰਿਵਰਤਨ ਹੋਇਆ। ਇੰਗਲੈਂਡ ਦੇ ਵਿੱਚ ਪ੍ਰਧਾਨ ਮੰਤਰੀ ਜਿਹੜੇ ਬਣਦੇ ਨੇ ਉਹ ਲੇਬਰ ਪਾਰਟੀ ਦੇ ਬਣਦੇ ਨੇ, ਲੇਬਰ ਪਾਰਟੀ ਉੱਤੇ ਸੱਤਾ ਦੇ ਵਿੱਚ ਆਉਂਦੀ ਹੈ ਤੇ ਇਹਦੇ ਜਿਹੜੇ ਹੈਡ ਹੁੰਦੇ ਨੇ ਉਹ ਹੁੰਦੇ ਨੇ ਕਲੀਮੈਂਟ ਏਟਲੀ ਜਿਹੜੇ ਸੀਗੇ ਇਹ ਪ੍ਰਧਾਨ ਮੰਤਰੀ ਬਣਦੇ ਨੇ, PM ਬਣਦੇ ਨੇ 1945 ਤੋਂ ਬਾਅਦ ਜਾਂ ਯੁੱਧ ਤੋਂ ਬਾਅਦ। ਠੀਕ ਹੈ ਜੀ, ਤੇ ਜਿਹੜੇ ਕਲੀਮੈਂਟ ਏਟਲੀ ਸੀਗੇ ਇਹ ਭਾਰਤੀਆਂ ਦੇ ਹਮਦਰਦ ਸੀਗੇ। ਹਮਦਰਦ ਮੀਨਸ ਇਹ ਚਾਹੁੰਦੇ ਸੀ ਵੀ ਭਾਰਤ ਨੂੰ ਕੀ ਕੀਤਾ ਜਾਵੇ, ਆਜ਼ਾਦ ਕੀਤਾ ਜਾਵੇ। ਠੀਕ ਹੈ, ਤੇ ਇਹਨਾਂ ਨੇ ਯੁੱਧ ਦੇ ਦੌਰਾਨ ਵੀ ਇਹ ਘੋਸ਼ਣਾ ਕੀਤੀ ਸੀਗੀ ਵੀ ਜੇ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ, ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਭਾਰਤ ਨੂੰ ਕੀ ਕਰਾਂਗੇ, ਆਜ਼ਾਦ ਕਰਾਂਗੇ। ਠੀਕ ਹੈ ਜੀ, ਤਾਂ ਇਹਨਾਂ ਨੇ ਫਿਰ ਆਪਣਾ ਜਿਹੜਾ ਫਰਜ਼ ਨਿਭਾਇਆ ਤੇ ਇਹਨਾਂ ਨੇ ਭਾਰਤ ਨੂੰ ਆਜ਼ਾਦ ਕਰਨ ਦੇ ਲਈ ਇੱਕ ਹੋਰ ਮਿਸ਼ਨ ਬਣਾਇਆ ਸੀਗਾ। ਉਸ ਮਿਸ਼ਨ ਦਾ ਨਾਮ ਸੀ ਕੈਬਨਿਟ ਮਿਸ਼ਨ। ਹੁਣ ਇਹਦਾ ਨਾਮ ਕੈਬਨਿਟ ਮਿਸ਼ਨ ਇਸ ਕਰਕੇ ਸੀਗਾ ਕਿਉਂਕਿ ਜਿਹੜੇ ਇਹਦੇ 3 ਮੇਨ ਮੈਂਬਰ ਸੀਗੇ, ਠੀਕ ਹੈ ਜੀ, ਇਹ ਇੰਗਲੈਂਡ ਦੀ ਕੈਬਨਿਟ ਦੇ ਮੈਂਬਰ ਸੀਗੇ। ਤਾਂ ਇਹਦੇ ਵਿੱਚ ਕਿਹੜੇ ਕਿਹੜੇ ਸੀ ਜੀ, ਸਰ ਸਟੈਫਰਡ ਕ੍ਰਿਪਸ ਵੀ ਇਹਦੇ ਵਿੱਚ ਆਏ ਸੀਗੇ, ਸਰ ਸਟੈਫਰਡ ਕ੍ਰਿਪਸ, ਪੈਂਥਿਕ ਲਾਰੈਂਸ ਤੇ ਤੀਸਰੇ ਸੀ ਜੀ A.V. ਅਲੈਗਜ਼ੈਂਡਰ। ਠੀਕ ਹੈ ਜੀ, ਤਾਂ ਇਹ 3 ਵਿਅਕਤੀਆਂ ਦੀ ਜਿਹੜੀ ਮਤਲਬ ਇੱਕ ਕਮੇਟੀ ਸੀਗੀ, ਇਹ ਕੈਬਨਿਟ ਮਿਸ਼ਨ ਦੇ ਰੂਪ ਦੇ ਵਿੱਚ ਭਾਰਤ ਦੇ ਵਿੱਚ ਆਈ ਸੀਗੀ ਤੇ 1946 ਦੇ ਵਿੱਚ ਭਾਰਤ ਦੇ ਵਿੱਚ ਆਏ ਸੀਗੇ ਇਹ। ਤੇ ਇਹਨਾਂ ਨੇ ਫਿਰ ਕਿਹਾ ਸੀ ਵੀ ਅਸੀਂ ਭਾਰਤ ਦਾ ਜਿਹੜਾ ਅਸੀਂ ਫਿਰ ਕੀ ਕਰਾਂਗੇ, ਇੱਕ ਸੰਵਿਧਾਨ ਸਭਾ ਦਾ ਨਿਰਮਾਣ ਕਰਾਂਗੇ। ਠੀਕ ਹੈ ਜੀ, ਸੰਵਿਧਾਨ ਸਭਾ ਦਾ ਨਿਰਮਾਣ ਕਰਾਂਗੇ ਜਿਹੜੀ ਕਿ ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰੂਗੀ। ਭਾਰਤ ਦਾ ਸੰਵਿਧਾਨ ਤਿਆਰ ਹੋਣ ਤੋਂ ਬਾਅਦ ਅਸੀਂ ਭਾਰਤ ਨੂੰ ਕੀ ਕਰ ਦਾਂਗੇ, ਆਜ਼ਾਦ ਕਰ ਦਾਂਗੇ। ਠੀਕ ਹੈ ਜੀ, ਹਾਂਜੀ। ਹੁਣ ਮੇਨ ਦੇਖੋ ਇੱਥੇ ਸਟਾਰਟਿੰਗ ਹੁੰਦੀ ਹੈ ਸੰਵਿਧਾਨ ਸਭਾ ਦੀ। ਸਭ ਤੋਂ ਪਹਿਲਾਂ ਤਾਂ ਇਹ ਕਿਹਾ ਗਿਆ ਵੀ ਸੰਵਿਧਾਨ ਸਭਾ ਦੀ ਚੋਣ ਕਿਵੇਂ ਕੀਤੀ ਜਾਊਗੀ। ਠੀਕ ਹੈ, ਤਾਂ ਇਹਦੀ ਚੋਣ ਕੀਤੀ ਜਾਊਗੀ ਅਪਰਤੱਖ ਪ੍ਰਣਾਲੀ ਦੁਆਰਾ। ਅਪਰਤੱਖ ਪ੍ਰਣਾਲੀ ਦਾ ਮਤਲਬ ਕੀ ਹੈ ਵੀ ਇਨਡਾਇਰੈਕਟ ਤਰੀਕੇ ਨਾਲ ਇਹਦੀ ਚੋਣ ਕੀਤੀ ਜਾਊਗੀ। ਤੇ ਇਨਡਾਇਰੈਕਟ ਤਰੀਕੇ ਨਾਲ ਚੋਣ ਕੌਣ ਕਰੂਗਾ, ਜਿਹੜੀਆਂ ਸਾਡੀ ਪ੍ਰਾਂਤਕ ਵਿਧਾਨ ਸਭਾਵਾਂ ਹੋਣਗੀਆਂ, ਪ੍ਰਾਂਤਕ ਵਿਧਾਨ ਸਭਾਵਾਂ ਜਿਹੜੀਆਂ ਹੋਣਗੀਆਂ ਸਾਡੀਆਂ, ਠੀਕ ਹੈ ਜੀ, ਉਹਨਾਂ ਦੇ ਜਿਹੜੇ ਮੈਂਬਰ ਨੇ, ਉਹਨਾਂ ਦੇ ਮੈਂਬਰ ਜਿਹੜੇ ਨੇ ਇਹ ਕੀ ਕਰਨਗੇ, ਇਹ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕਰਨਗੇ। ਕਿਸ ਤਰੀਕੇ ਨਾਲ ਕਰਨਗੇ ਜੀ, ਪ੍ਰਤੀ 10 ਲੱਖ ਜਿਹੜੀ ਸਾਡੀ ਜਨਸੰਖਿਆ ਹੈਗੀ, ਪ੍ਰਤੀ 10 ਲੱਖ ਸਾਡੀ ਜਿਹੜੀ ਜਨਸੰਖਿਆ ਹੈਗੀ, ਠੀਕ ਹੈ ਜੀ, ਉਹਦੇ ਆਧਾਰ ਦੇ ਉੱਪਰ ਇੱਕ ਮੈਂਬਰ ਦੀ ਜਿਹੜੀ ਚੋਣ ਉਹ ਕੀਤੀ ਜਾਵੇਗੀ। ਇੱਕ ਮੈਂਬਰ ਦੀ ਚੋਣ ਜਿਹੜੀ ਉਹ ਕੀਤੀ ਜਾਊਗੀ। ਠੀਕ ਹੈ ਜੀ, ਤੇ ਇਹਨੂੰ 3 ਕੈਟਾਗਰੀ ਵਿੱਚ ਵੰਡਿਆ ਗਿਆ ਸੀਗਾ। ਜਿਵੇਂ ਇੱਕ ਤਾਂ ਸਧਾਰਨ ਮੈਂਬਰ ਸੀ ਇਹਦੇ ਵਿੱਚ, ਠੀਕ ਹੈ, ਇੱਕ ਮੁਸਲਿਮ ਸੀਗੇ ਇਹਦੇ ਵਿੱਚ, ਠੀਕ ਹੈ, ਤੇ ਇਹਦੇ ਵਿੱਚ ਇੱਕ ਸਿੱਖ ਸੀਗੇ। ਸਿੱਖ ਜਿਹੜੇ ਸੀ ਇਕੱਲੇ ਪੰਜਾਬ ਤੋਂ ਹੀ ਚੁਣੇ ਜਾਣੇ ਸੀ, ਮੁਸਲਿਮ ਤੇ ਜਿਹੜੇ ਸਧਾਰਨ ਮੈਂਬਰ ਸੀ ਪੂਰੇ ਇੰਡੀਆ ਤੋਂ ਚੋਣ ਇਹਨਾਂ ਦੀ ਉਹ ਕੀਤੀ ਜਾਣੀ ਸੀਗੀ। ਠੀਕ ਹੈ ਜੀ, ਤੇ ਇਸ ਆਧਾਰ ਤੇ ਸਧਾਰਨ ਮੁਸਲਿਮ ਤੇ ਸਿੱਖ ਆਧਾਰ ਦੇ ਉੱਪਰ ਸਟਾਰਟਿੰਗ ਦੇ ਵਿੱਚ 399 ਮੈਂਬਰਾਂ ਦੀ ਜਿਹੜੀ ਚੋਣ ਉਹ ਕੀਤੀ ਗਈ ਸੀ। 389 ਮੈਂਬਰ ਸੀ ਇਹਦੇ ਵਿੱਚ 292 ਮੈਂਬਰ ਤਾਂ ਲਏ ਗਏ ਸੀ ਬ੍ਰਿਟਿਸ਼ ਪ੍ਰਾਂਤਾਂ ਤੋਂ, ਬ੍ਰਿਟਿਸ਼ ਪ੍ਰਾਂਤ ਤੋਂ ਲਏ ਗਏ ਸੀਗੇ। ਠੀਕ ਹੈ ਜੀ, 4 ਮੈਂਬਰ ਜਿਹੜੇ ਲਏ ਗਏ ਸੀ ਇਹ ਲਏ ਗਏ ਸੀਗੇ ਕਮਿਸ਼ਨਰੀ ਪ੍ਰਾਂਤ। ਇਹ ਮੰਨ ਲਓ ਵੀ ਜਿਹੜੇ ਇਸ ਟਾਈਮ ਦੇ ਜਿਹੜੇ ਸਾਡੇ ਯੂਟੀਜ਼ ਨੇ ਕਮਿਸ਼ਨਰੀ ਪ੍ਰਾਂਤ, ਤਾਂ ਉਸ ਟਾਈਮ 4 ਸੀਗੇ ਇਹਨਾਂ ਦੇ। ਤਾਂ ਕਿਹੜੇ ਕਿਹੜੇ ਸੀ ਜੀ, ਉਹ ਸੀ ਤਾਂ ਕੁਰਗ, ਅਜਮੇਰ, ਮਾਰਵਾੜ, ਇਹ ਸਾਂਝੇ ਇਕੱਠੇ ਹੀ ਹੈ। ਇੱਕ ਸੀ ਬ੍ਰਿਟਿਸ਼ ਬਲੋਚਿਸਤਾਨ, ਤੇ ਇੱਕ ਲਾਸਟ ਸੀ ਦਿੱਲੀ। ਠੀਕ ਹੈ ਜੀ, ਤੇ 296 ਤਾਂ ਹੋ ਗਏ ਸਾਡੇ ਬ੍ਰਿਟਿਸ਼ ਪ੍ਰਾਂਤਾਂ ਤੋਂ ਜਾਂ ਬ੍ਰਿਟਿਸ਼ ਦੋਨੇ ਮਿਲਾ ਕੇ ਹੋ ਗਏ। ਤੇ 93 ਜਿਹੜੇ ਮੈਂਬਰ ਸੀਗੇ ਲਏ ਗਏ ਸੀ ਦੇਸੀ ਰਿਆਸਤਾਂ ਤੋਂ। ਜਿਹੜੇ ਮੈਂਬਰ ਸੀ
ਲੈ ਗਏ ਸੀਗੇ। ਠੀਕ ਹੈ, ਤੇ ਕਲੀਅਰ ਹੈ। ਤੇ ਇਹਦੇ ਵਿੱਚ ਅਸੀਂ ਸ਼ਡਿਊਲ ਕਾਸਟ ਵਾਈਜ਼ ਤੇ ਵੂਮੈਨਸ ਦੀ ਸੰਖਿਆ ਨੂੰ ਵੀ ਅਸੀਂ ਕੰਮ ਸ਼ਾਮਲ ਕਰ ਲੈਂਦੇ ਹਾਂ ਇਹਦੇ ਵਿੱਚ। ਤਾਂ ਉਹ ਅਲੱਗ ਅਲੱਗ ਸੰਖਿਆ ਸੀ, ਜਿਵੇਂ ਸ਼ਡਿਊਲ ਕਾਸਟ ਦੇ ਵਿੱਚ ਸੀਗੇ 26, ST ਕਮਿਊਨਿਟੀ ਦੇ ਵਿੱਚ 33 ਸੀ, ਤੇ ਔਰਤਾਂ ਦੀ ਸੰਖਿਆ ਦੇ ਵਿੱਚ 15 ਸੀ। ਠੀਕ ਹੈ, ਕਈ ਵਾਰੀ ਵੀ ਕੁਐਸਚਨ ਜਿਹੜਾ ਪੁੱਛਿਆ ਗਿਆ ਵੀ ਸ਼ਡਿਊਲ ਕਾਸਟ ਅਨੁਸੂਚਿਤ ਜਨਜਾਤੀਆਂ ਦੀ ਸੰਖਿਆ ਕਿੰਨੀ ਸੀ, ਤਾਂ 26 ਸੀ, ਤੇ ਸ਼ਡਿਊਲ ਟ੍ਰਾਈਬਸ ਦੀ ਕਿੰਨੀ ਸੰਖਿਆ ਸੀ, 33 ਸੀ, ਤੇ ਔਰਤਾਂ ਦੀ ਸੰਖਿਆ ਕਿੰਨੀ ਸੀ ਇਹਦੇ ਵਿੱਚ, ਉਹ ਸੀ 15। ਠੀਕ ਹੈ, ਤੇ ਜੇ ਅਸੀਂ ਰਿਆਸਤਾਂ ਦੀ ਗੱਲ ਕਰਦੇ ਹਾਂ, ਤੇ ਰਿਆਸਤਾਂ ਦੇ ਵਿੱਚੋਂ ਜਿਹੜੇ ਸਭ ਤੋਂ ਜ਼ਿਆਦਾ ਮੈਂਬਰ ਲੈ ਗਏ ਸੀ ਉਹ 7 ਮੈਂਬਰ ਲੈ ਗਏ ਸੀਗੇ ਮੈਸੂਰ ਤੋਂ। ਠੀਕ ਹੈ, ਤੇ ਕਿਹੜੀ ਰਿਆਸਤ ਸੀ ਜਿਹਦਾ ਇੱਕ ਵੀ ਮੈਂਬਰ ਸ਼ਾਮਲ ਨਹੀਂ ਹੋਇਆ ਸੀ, ਤਾਂ ਉਹ ਸੀ ਹੈਦਰਾਬਾਦ ਰਿਆਸਤ। ਹੈਦਰਾਬਾਦ ਰਿਆਸਤ ਦਾ ਕੋਈ ਵੀ ਮੈਂਬਰ ਜਿਹੜਾ ਇਹਦੇ ਵਿੱਚ ਰਿਆਸਤ ਦਾ ਮੈਂਬਰ ਸ਼ਾਮਲ ਨਹੀਂ ਸੀ। ਸਭ ਤੋਂ ਜ਼ਿਆਦਾ 7 ਮੈਂਬਰ ਸੀ ਜੀ ਮੈਸੂਰ ਰਿਆਸਤ ਦੇ, ਤੇ ਹੈਦਰਾਬਾਦ ਰਿਆਸਤ ਦਾ ਕੋਈ ਮੈਂਬਰ ਇਹਦੇ ਵਿੱਚ ਸ਼ਾਮਲ। ਤੇ ਜੇ ਅਸੀਂ ਸਭ ਤੋਂ ਜ਼ਿਆਦਾ ਜੇ ਅਸੀਂ ਪਾਰਟੀ ਦੇ ਆਧਾਰ ਦੇ ਉੱਪਰ ਸੀਟਾਂ ਦੀ ਸੰਖਿਆ ਦੀ ਗੱਲ ਕਰ ਲਈਏ, ਤੇ ਇਹਦੇ ਵਿੱਚ ਕਾਂਗਰਸ ਨੂੰ ਜਿਹੜੀ ਸੀਟਾਂ ਆਈਆਂ ਸੀਗੀਆਂ ਤੋਂ ਆਈਆਂ ਸੀ 207, ਤੇ ਮੁਸਲਿਮ ਲੀਗ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਆਈ ਸੀ 73, ਤੇ ਆਜ਼ਾਦ ਇਹਦੇ ਵਿੱਚ ਸੀਗੇ ਜੀ 8 ਮੈਂਬਰ। ਇਸ ਤੋਂ ਇਲਾਵਾ ਛੋਟੀ ਮੋਟੀ ਪਾਰਟੀਆਂ ਸੀਗੀਆਂ ਤਾਂ ਉਹ ਜ਼ਿਆਦਾ ਇੰਨੀਆਂ ਇੰਪੋਰਟੈਂਟ ਨਹੀਂ ਹੈਗੀਆਂ। ਤਾਂ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈਗੀ ਕਾਂਗਰਸ, ਤੇ 73 ਮੁਸਲਿਮ ਲੀਗ ਦੀ ਸੀ, ਤੇ ਕੁਝ ਆਜ਼ਾਦ ਮੈਂਬਰ ਇਹਦੇ ਵਿੱਚ ਜਿਹੜੇ ਸ਼ਾਮਲ ਕੀਤੇ ਗਏ ਸੀ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਸਾਡੀ ਜਿਹੜੀ ਸੰਵਿਧਾਨ ਸਭਾ ਦਾ ਨਿਰਮਾਣ ਉਹ ਕੀਤਾ ਗਿਆ ਸੀਗਾ। ਤੇ ਸਭ ਤੋਂ ਪਹਿਲੀ ਵਾਰ ਜਿਹੜੀ ਦੀ ਮੀਟਿੰਗ ਹੋਈ ਹੈ ਉਹ ਹੋਈ ਹੈ ਸੰਵਿਧਾਨ ਸਭਾ ਦੀ 9 ਦਸੰਬਰ 1946 ਨੂੰ। 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਮੀਟਿੰਗ ਬੁਲਾਈ ਜਾਂਦੀ ਹੈ, ਤੇ ਇਹਦੇ ਵਿੱਚ ਜਿਹੜੇ ਸਭ ਤੋਂ ਸੀਨੀਅਰ ਮੈਂਬਰ ਸੀਗੇ ਉਮਰ ਦੇ ਆਧਾਰ ਦੇ ਉੱਪਰ ਡਾਕਟਰ ਸਚਿਦਾਨੰਦ ਸਿਨਹਾ, ਡਾਕਟਰ ਸਚਿਦਾਨੰਦ ਸਿਨਹਾ, ਇਹਨਾਂ ਨੂੰ ਕਾਰਜਕਾਰੀ ਪ੍ਰਧਾਨ ਚੁਣਿਆ ਜਾਂਦਾ ਹੈ। ਸੰਵਿਧਾਨ ਸਭਾ ਦਾ ਜਿਹੜਾ ਕਾਰਜਕਾਰੀ ਪ੍ਰਧਾਨ ਜਿਹੜਾ ਇਹ ਚੁਣਿਆ ਜਾਂਦਾ ਜੀ ਡਾਕਟਰ ਸਚਿਦਾਨੰਦ ਸਿਨਹਾ ਨੂੰ। ਤੇ ਇੱਕ ਸੀਗਾ ਜੀ HC ਮੁਖਰਜੀ, HC ਮੁਖਰਜੀ, ਇਹਨਾਂ ਨੂੰ ਚੁਣਿਆ ਜਾਂਦਾ ਉਪ ਪ੍ਰਧਾਨ, ਇਹਨਾਂ ਨੂੰ ਉਪ ਪ੍ਰਧਾਨ ਚੁਣਿਆ ਜਾਂਦਾ ਹੈ, ਤੇ ਸਚਿਦਾਨੰਦ ਸਿਨਹਾ ਨੂੰ ਕੀ ਚੁਣਿਆ ਜਾਂਦਾ ਜੀ ਜਿਹੜਾ ਪ੍ਰਧਾਨ ਚੁਣਿਆ ਜਾਂਦਾ ਹੈ। ਇਸ ਤੋਂ ਬਾਅਦ ਫਿਰ 11 ਦਸੰਬਰ 1946 ਨੂੰ ਦੁਬਾਰਾ ਫਿਰ ਮੀਟਿੰਗ ਬੁਲਾਈ ਜਾਂਦੀ ਹੈ, ਤੇ ਇਹਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਜਿਹੜਾ ਉਹ ਪ੍ਰਧਾਨ ਜਿਹੜਾ ਉਹ ਚੁਣ ਲਿਆ ਜਾਂਦਾ ਹੈ। ਸੰਵਿਧਾਨ ਸਭਾ ਦਾ ਜਿਹੜਾ ਸਥਾਈ ਪ੍ਰਧਾਨ ਹੈ ਉਹ ਚੁਣਿਆ ਜਾਂਦਾ ਡਾਕਟਰ ਰਾਜਿੰਦਰ ਪ੍ਰਸਾਦ ਨੂੰ। ਠੀਕ ਹੈ ਜੀ, HC ਮੁਖਰਜੀ ਇਹਦੇ ਉਪ ਪ੍ਰਧਾਨ ਸੀਗੇ, ਕਾਰਜਕਾਰੀ ਸੀਗੇ, ਤੇ ਸਚਿਦਾਨੰਦ ਸਿਨਹਾ ਵੀ ਇਹਦੇ ਕਾਰਜਕਾਰੀ ਪ੍ਰਧਾਨ ਸੀਗੇ। ਤੇ 11 ਦਸੰਬਰ 1946 ਨੂੰ ਫਿਰ ਪਰਮਾਨੈਂਟ ਤਰੀਕੇ ਨਾਲ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਇਹਦਾ ਪ੍ਰਧਾਨ ਜਿਹੜਾ ਉਹ ਚੁਣ ਲਿਆ ਜਾਂਦਾ ਹੈ। ਠੀਕ ਹੈ ਜੀ, ਤੇ ਸੰਵਿਧਾਨ ਸਭਾ ਦੀ ਜਿਹੜੀ ਕਾਰਵਾਈ ਸ਼ੁਰੂ ਹੁੰਦੀ ਹੈ ਉਹ ਸ਼ੁਰੂ ਹੁੰਦੀ ਹੈ 13 ਦਸੰਬਰ ਤੋਂ ਬਾਅਦ, 13 ਦਸੰਬਰ 1946 ਤੋਂ ਬਾਅਦ ਸ਼ੁਰੂ ਹੁੰਦੀ ਹੈ, ਜਿਹਦੇ ਵਿੱਚ ਪੰਡਿਤ ਨਹਿਰੂ ਜਿਹੜੇ ਨੇ ਉਹ ਇੱਕ ਉਦੇਸ਼ ਪ੍ਰਸਤਾਵ ਪੇਸ਼ ਕਰਦੇ ਨੇ। ਉਦੇਸ਼ ਪ੍ਰਸਤਾਵ ਪੇਸ਼ ਕਰਦੇ ਨੇ, ਤੇ ਜਿਹਨੂੰ ਕਿ ਫਿਰ ਤਾਂ ਨਹਿਰੂ ਜਿਹੜੇ ਨੇ ਉਦੇਸ਼ ਪ੍ਰਸਤਾਵ ਪੇਸ਼ ਕਰਦੇ ਨੇ ਇਹ, ਤੇ ਜਿਹਨੂੰ ਕਿ ਸਵੀਕਾਰ ਕੀਤਾ ਜਾਂਦਾ ਹੈ 22 ਜਨਵਰੀ 1947 ਨੂੰ। 22 ਜਨਵਰੀ 1947 ਨੂੰ ਉਦੇਸ਼ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ। ਉਦੇਸ਼ ਪ੍ਰਸਤਾਵ ਨੂੰ ਆਪਾਂ ਦੇਖਾਂਗੇ ਉਦੇਸ਼ ਪ੍ਰਸਤਾਵ ਦੇ ਵਿੱਚ ਕੀ ਸੀ ਵੀ ਸਾਡੇ ਸੰਵਿਧਾਨ ਦਾ ਉਦੇਸ਼ ਕੀ ਹੋਊਗਾ, ਮਤਲਬ ਸਾਡਾ ਸੰਵਿਧਾਨ ਕਿਸ ਤਰ੍ਹਾਂ ਦਾ ਹੋਊਗਾ। ਠੀਕ ਹੈ, ਤੇ ਹੁਣ ਸਾਡੇ ਸੰਵਿਧਾਨ ਦਾ ਸਾਡਾ ਸੰਵਿਧਾਨ ਕਿਸ ਤਰ੍ਹਾਂ ਦਾ ਹੋਊਗਾ, ਤਾਂ ਜਿਹੜੇ ਸਲਾਹਕਾਰ ਬਣਾਏ ਗਏ ਸੀ ਇਹ ਬਣਾਏ ਗਏ ਸੀਗੇ ਸੰਵਿਧਾਨ ਦੇ ਸੰਵਿਧਾਨਿਕ ਸਲਾਹਕਾਰ ਸੀਗੇ BN ਰਾਓ। BN ਰਾਓ ਨੂੰ ਸਾਡੇ ਸੰਵਿਧਾਨ ਦਾ ਜਿਹੜਾ ਸਲਾਹਕਾਰ ਉਹ ਬਣਾਇਆ ਗਿਆ ਸੀ। ਠੀਕ ਹੈ, ਤੇ ਹੁਣ BN ਰਾਓ ਨੇ ਸਾਡੇ ਸੰਵਿਧਾਨ ਦਾ ਸਟਰਕਚਰ ਇੱਕ ਤਿਆਰ ਕੀਤਾ ਸੀ, ਖਰੜਾ ਤਿਆਰ ਕੀਤਾ, ਸਭ ਤੋਂ ਪਹਿਲਾਂ ਜਿਹੜਾ ਖਰੜਾ ਤਿਆਰ ਕੀਤਾ ਸੀਗਾ। ਠੀਕ ਹੈ, ਡਰਾਫਟ ਤਿਆਰ ਕੀਤਾ ਸੀਗਾ, ਤਾਂ ਇਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਸਾਡੇ ਸੰਵਿਧਾਨ ਦੀਆਂ ਕਿੰਨੀਆਂ ਅਨੁਸੂਚੀਆਂ ਹੋਣਗੀਆਂ ਤੇ ਸਾਡੇ ਸੰਵਿਧਾਨ ਦੇ ਕਿੰਨੇ ਅਨੁਛੇਦ ਹੋਣਗੇ। ਤਾਂ ਜਿਹੜਾ ਇਹਨਾਂ ਨੇ ਸਾਡੇ ਸੰਵਿਧਾਨ ਦਾ ਇੱਕ ਖਰੜਾ ਤਿਆਰ ਕੀਤਾ ਸੀਗਾ, ਤਾਂ ਉਹਦੇ ਤਹਿਤ ਇਹ ਮੰਨਿਆ ਗਿਆ ਸੀ ਵੀ 243 ਤਾਂ ਅਨੁਛੇਦ ਹੋਣਗੇ। ਡਾਕਟਰ ਜਿਹੜੇ BN ਰਾਓ ਸੀ ਉਹਨਾਂ ਵੱਲੋਂ 13 ਅਨੁਸੂਚੀਆਂ ਦੀ ਉਹਨਾਂ ਨੇ ਗੱਲ ਕੀਤੀ ਸੀ, ਤੇ ਅਨੁਛੇਦਾਂ ਦੀ ਗੱਲ ਕੀਤੀ ਸੀ 243 ਦੀ। ਠੀਕ ਹੈ ਜੀ, ਹੁਣ ਜਿਹੜਾ ਵੀ ਖਰੜਾ ਸੰਵਿਧਾਨਿਕ ਸਲਾਹਕਾਰ ਨੇ ਤਿਆਰ ਕੀਤਾ ਸੀ ਉਹਦਾ ਅਧਿਐਨ ਕਰਨ ਲਈ ਇੱਕ ਹੋਰ ਕਮੇਟੀ ਬਣਾਈ ਜਾਂਦੀ ਹੈ, ਇੱਕ ਹੋਰ ਕਮੇਟੀ ਬਣਦੀ ਹੈ। ਠੀਕ ਹੈ ਜੀ, ਇਹ ਬਣਦੀ ਜੀ 29 ਅਗਸਤ
1947 ਨੂੰ। ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜੀ ਕਮੇਟੀ ਸੀ ਇਹ, ਇਸ ਕਮੇਟੀ ਦਾ ਨਾਮ ਸੀ ਜੀ ਡਰਾਫਟਿੰਗ ਕਮੇਟੀ। ਠੀਕ ਹੈ ਜੀ, ਇਹਨੂੰ ਸਟਰਕਚਰ ਕਮੇਟੀ ਵੀ ਕਹਿ ਦਿੰਦੇ ਆ, ਇਹਨੂੰ ਖਰੜਾ ਕਮੇਟੀ ਵੀ ਕਹਿ ਦਿੰਦੇ ਆ, ਤੇ ਇਹਨੂੰ ਅਸੀਂ ਮਸੌਦਾ ਕਮੇਟੀ ਵੀ ਬੋਲ ਦਿੰਦੇ ਆ। ਠੀਕ ਹੈ, ਤੇ ਇਹ ਕਮੇਟੀ ਕਦੋਂ ਬਣਾਈ ਗਈ ਹੈ? ਇਹ 29 ਅਗਸਤ 1947 ਨੂੰ ਬਣਾਈ ਗਈ ਹੈ, ਜਿਹੜਾ ਕਿ ਅਧਿਐਨ ਕਰੂਗੀ, ਕਿਹਦਾ ਅਧਿਐਨ ਕਰੂਗੀ? ਸਾਡੇ ਜਿਹੜੇ BN ਜਿਹੜੇ ਰਾਓ ਸੀ ਉਹਨਾਂ ਨੇ ਜਿਹੜਾ ਸੰਵਿਧਾਨ ਤਿਆਰ ਕੀਤਾ ਸੀਗਾ ਉਹਦਾ ਅਧਿਐਨ ਕਰੂਗੀ। ਤੇ ਇਹਦੇ ਵਿੱਚ 7 ਮੈਂਬਰ ਸ਼ਾਮਲ ਕੀਤੇ ਗਏ ਸੀਗੇ। ਇਸ ਕਮੇਟੀ ਦੇ 7 ਮੈਂਬਰ ਸੀ, ਮੈਂ ਤੁਹਾਨੂੰ 7 ਮੈਂਬਰ ਲਿਖਾ ਦਿੰਦੇ ਕਿਹੜੇ ਕਿਹੜੇ ਸੀਗੇ। ਇਸ ਕਮੇਟੀ ਦੇ ਜਿਹੜੇ ਪ੍ਰਧਾਨ ਸੀਗੇ ਇਹ ਸੀਗੇ ਡਾਕਟਰ BR ਅੰਬੇਦਕਰ। ਡਾਕਟਰ BR ਅੰਬੇਦਕਰ। ਹੁਣ ਕਈ ਵਾਰ ਚਲੋ ਤੁਹਾਨੂੰ ਪਤਾ ਹੀ ਹੋਊਗਾ ਵੈਸੇ ਤਾਂ, ਪਰ ਕਈ ਵਾਰ ਅਸੀਂ ਕੀ ਮੰਨਦੇ ਹੁੰਦੇ ਆ ਵੀ ਡਾਕਟਰ BR ਅੰਬੇਦਕਰ ਨੂੰ ਅਸੀਂ ਸਾਡੀ ਸੰਵਿਧਾਨ ਸਭਾ ਦਾ ਪ੍ਰਧਾਨ ਮੰਨਦੇ ਆ। ਫੋਰ ਐਗਜ਼ਾਮਪਲ ਇਹ ਸਾਡਾ ਸੰਵਿਧਾਨ ਹੈ, ਠੀਕ ਹੈ, ਤਾਂ ਇਹ ਸੰਵਿਧਾਨ ਦੇ ਵਿੱਚ ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ ਸੀਗੀਆਂ ਇਹਦੇ ਵਿੱਚ। ਠੀਕ ਹੈ, ਜਿਵੇਂ ਮੰਨ ਲਓ ਇਹ ਸੰਘ ਸੰਵਿਧਾਨ ਕਮੇਟੀ ਹੈ, ਇਹ ਰਾਜ ਸੰਵਿਧਾਨ ਕਮੇਟੀ ਹੈ, ਇਹ ਸਾਡੀ ਮੌਲਿਕ ਅਧਿਕਾਰਾਂ ਸੰਬੰਧੀ ਕਮੇਟੀ ਹੈ, ਜਾਂ ਸਾਡੀ ਝੰਡਾ ਕਮੇਟੀ ਹੈ। ਠੀਕ ਹੈ, ਜਾਂ ਇਹ ਸਾਡੀ ਸਾਡੀ ਸਰਵਉੱਚ ਅਦਾਲਤੀ ਕਮੇਟੀ ਹੈ। ਠੀਕ ਹੈ ਜੀ, ਇਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਕਮੇਟੀ ਸੀ, ਮੰਨ ਲਓ ਇਹ ਸਭ ਤੋਂ ਇੰਪੋਰਟੈਂਟ ਕਮੇਟੀ ਸੀ, ਤਾਂ ਇਹ ਸਾਡੀ ਸੀਗੀ ਡਰਾਫਟਿੰਗ ਕਮੇਟੀ ਜਾਂ ਸਾਡੀ ਮਸੌਦਾ ਕਮੇਟੀ। ਠੀਕ ਹੈ, ਜਿਹਨੇ ਸਾਡੇ ਸੰਵਿਧਾਨ ਦਾ ਇੱਕ ਡਰਾਫਟ ਤਿਆਰ ਕਰਨਾ ਸੀ, ਸਾਡੇ ਸੰਵਿਧਾਨ ਦੇ ਵਿੱਚ ਕੀ ਕੁਛ ਹੋਊਗਾ। ਠੀਕ ਹੈ, ਤੇ ਇਸ ਕਰਕੇ ਉਹਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਮੇਟੀ ਮੰਨਿਆ ਜਾਂਦਾ ਹੈ। ਤੇ ਜਿਹੜੇ ਦੇ ਪ੍ਰਧਾਨ ਸੀ ਡਾਕਟਰ BR ਅੰਬੇਦਕਰ, ਉਹਨੂੰ ਫਾਦਰ ਆਫ ਇੰਡੀਅਨ ਕੰਸਟੀਟਿਊਸ਼ਨ ਮੰਨਿਆ ਜਾਂਦਾ, ਸਾਡੇ ਸੰਵਿਧਾਨ ਦਾ ਪਿਤਾਮਾ ਵੀ ਕਿਹਾ ਜਾਂਦਾ ਉਹਨਾਂ ਨੂੰ ਕਈ ਜਗ੍ਹਾ ਦੇ ਉੱਪਰ। ਠੀਕ ਹੈ, ਤੇ ਇਸ ਕਰਕੇ ਅਸੀਂ ਕਈ ਵਾਰ ਇਹ ਕਨਫਿਊਜ਼ ਹੋ ਜਾਂਦੇ ਹਾਂ ਵੀ ਡਾਕਟਰ BR ਅੰਬੇਦਕਰ ਹੀ ਸਾਡੀ ਸੰਵਿਧਾਨ ਸਭਾ ਦੇ ਪ੍ਰਧਾਨ ਸੀਗੇ, ਜਦਕਿ ਸਾਡੇ ਸੰਵਿਧਾਨ ਸਭਾ ਦੇ ਪ੍ਰਧਾਨ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ। ਡਾਕਟਰ BR ਅੰਬੇਦਕਰ ਜਿਹੜੇ ਪ੍ਰਧਾਨ ਸੀਗੇ ਉਹ ਸੀਗੇ ਸਾਡੀ ਡਰਾਫਟਿੰਗ ਕਮੇਟੀ ਦੇ ਜਾਂ ਸਾਡੇ ਮਸੌਦਾ ਕਮੇਟੀ ਦੇ। ਕਲੀਅਰ ਜੀ ਗੱਲ? ਚਲੋ, ਤਾਂ ਇਹਦੇ 7 ਮੈਂਬਰ ਤੁਸੀਂ ਨੋਟ ਕਰ ਲਓ ਕਿਹੜੇ ਕਿਹੜੇ ਸੀ। ਸਭ ਤੋਂ ਪਹਿਲਾਂ ਇਹਦੇ 7 ਮੈਂਬਰ ਸੀਗੇ। ਇੱਕ ਤਾਂ ਦੇਖੋ ਡਾਕਟਰ BR ਅੰਬੇਦਕਰ ਹੀ ਹੋ ਗਏ ਇਹਦੇ ਵਿੱਚ। ਠੀਕ ਹੈ ਜੀ, ਇੱਕ ਸੀ ਜੀ KM ਮੁੰਸ਼ੀ, ਦੂਜੇ ਸੀਗੇ ਜੀ N ਗੋਪਾਲ ਸਵਾਮੀ ਅਯੰਗਰ। KM ਮੁੰਸ਼ੀ, ਗੋਪਾਲ ਸਵਾਮੀ ਅਯੰਗਰ। ਠੀਕ ਹੈ, ਇਹਨੂੰ ਤੁਸੀਂ 2 ਨੰਬਰ ਲਿਖ ਲਓ ਤੇ ਇਹਨੂੰ ਤੁਸੀਂ 3 ਨੰਬਰ ਲਿਖ ਲਓ, ਕਿਉਂਕਿ 1 ਨੰਬਰ ਤਾਂ ਹੋ ਗਏ ਸਾਡੇ ਡਾਕਟਰ BR ਅੰਬੇਦਕਰ। ਚੌਥੇ ਨੰਬਰ ਤੇ ਆ ਗਏ ਸਾਡੇ ਜੀ ਅਲਾਦੀ ਕ੍ਰਿਸ਼ਨਾ ਸਵਾਮੀ। ਪੰਜਵੇਂ ਨੰਬਰ ਤੇ ਆ ਗਏ ਸਾਡੇ ਸੈਯਦ ਮੁਹੰਮਦ ਸਾਦੁੱਲਾ। ਸੈਯਦ ਮੁਹੰਮਦ ਸਾਦੁੱਲਾ। ਟੋਟਲ ਹੋ ਗਏ ਜੀ 5। ਛੇਵੇਂ ਸੀਗੇ ਜੀ BL ਮਿੱਤਰ। BL ਮਿੱਤਰ, ਪਰ ਇਹ ਕੁਝ ਸਮੇਂ ਬਾਅਦ ਹਟ ਗਏ ਸੀਗੇ। ਇਹ ਹਟ ਗਏ ਸੀਗੇ, ਹਟਾ ਦਿੱਤੇ ਗਏ ਸੀ, ਹਟ ਗਏ ਸੀ। ਠੀਕ ਹੈ ਜੀ, ਤੇ ਇਹਦੀ ਜਗ੍ਹਾ ਤੇ ਫਿਰ ਬਣੇ ਸੀ ਮਾਧਵ ਰਾਓ। ਮਾਧਵ ਰਾਓ। ਠੀਕ ਹੈ ਜੀ, ਤੇ 6 ਹੋ ਗਏ ਇਹਦੇ ਵਿੱਚ। ਠੀਕ ਹੈ ਜੀ, BL ਮਿੱਤਰ ਜਿਹੜੇ ਸੀਗੇ ਇਹਦੇ ਮੈਂਬਰ ਸੀਗੇ, ਪਰ ਬਾਅਦ ਦੇ ਵਿੱਚ ਹਟ ਗਏ ਸੀ ਇਹ ਕਿਸੇ ਕਾਰਨ ਕਰਕੇ। ਇਸ ਤੋਂ ਬਾਅਦ ਫਿਰ ਮਾਧਵ ਰਾਓ ਬਣੇ ਸੀ। ਠੀਕ ਹੈ ਜੀ, ਤੇ 7ਵੇਂ ਨੰਬਰ ਤੇ ਆਉਂਦੇ ਤੁਹਾਡੇ ਜੀ DP ਖੇਤਾਨ। DP ਖੇਤਾਨ। DP ਖੇਤਾਨ ਬਣਾਏ ਗਏ ਸੀ, ਪਰ ਇਹਨਾਂ ਦੀ ਆਕਸਮਿਕ ਮੌਤ ਹੋ ਗਈ ਸੀਗੀ। ਤੇ ਇਹਨਾਂ ਦੀ ਮੌਤ ਤੋਂ ਬਾਅਦ T ਕ੍ਰਿਸ਼ਨਾਮਾਚਾਰੀ ਇਹ ਬਣਾਏ ਗਏ ਸੀ। ਠੀਕ ਹੈ ਜੀ, ਤੇ ਹੁਣ ਜੇ ਅਸੀਂ ਕਹਿਣਾ ਹੋਵੇ ਵੀ ਸੰਵਿਧਾਨ ਸਭਾ ਦੇ ਮੈਂਬਰ ਸੀ ਕੌਣ ਕੌਣ ਸੀਗੇ, ਤਾਂ ਉਹਦੇ ਵਿੱਚ ਇੱਕ ਡਾਕਟਰ BR ਅੰਬੇਦਕਰ ਉਹਦੇ ਪ੍ਰਧਾਨ ਸੀਗੇ, KM ਮੁੰਸ਼ੀ ਮੈਂਬਰ ਸੀਗੇ, N ਗੋਪਾਲ ਸਵਾਮੀ ਅਯੰਗਰ ਸੀ ਇਹਦੇ ਵਿੱਚ, ਤੇ ਅਲਾਦੀ ਕ੍ਰਿਸ਼ਨਾ ਸਵਾਮੀ ਸੀਗੇ, ਸੈਯਦ ਮੁਹੰਮਦ ਸਾਦੁੱਲਾ ਸੀਗੇ, BL ਮਿੱਤਰ ਸੀਗੇ, ਬਾਅਦ ਵਿੱਚ ਹਟ ਗਏ ਸੀ ਇਹ, ਤੇ ਬਾਅਦ ਦੇ ਵਿੱਚ ਮਾਧਵ ਰਾਓ ਬਣੇ ਸੀਗੇ, ਤੇ ਲਾਸਟ ਤੇ DP ਖੇਤਾਨ ਸੀਗੇ ਪਹਿਲਾਂ, ਪਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਜਗ੍ਹਾ ਲੈ ਲਈ ਸੀ ਉਹ T ਕ੍ਰਿਸ਼ਨਾਮਾਚਾਰੀ ਲੈ ਲਈ ਸੀਗੀ। ਠੀਕ ਹੈ, ਤੇ ਇਸ ਕਮੇਟੀ ਨੇ ਸਾਡੇ ਸੰਵਿਧਾਨ ਦਾ ਜਿਹੜਾ ਖਰੜਾ ਤਿਆਰ ਕੀਤਾ, ਸਟਰਕਚਰ ਤਿਆਰ ਕੀਤਾ ਹੈ। ਠੀਕ ਹੈ, ਤੇ ਸਾਨੂੰ ਇੱਕ ਸਾਡਾ ਸੰਵਿਧਾਨ ਜਿਹੜਾ ਅੱਜ ਸਾਨੂੰ ਪ੍ਰਦਾਨ ਕੀਤਾ ਸੀਗਾ ਜੀ ਉਹ। ਠੀਕ ਹੈ, ਤੇ ਇਸ ਕਰਕੇ ਕਾਫੀ ਇੰਪੋਰਟੈਂਟ ਕਮੇਟੀ ਹੋ ਜਾਂਦੀ ਹੈ, ਪਰ ਇਹਨੂੰ ਅਸੀਂ ਜਿਹੜਾ ਹੈਗਾ ਉਹ ਸੰਵਿਧਾਨ ਦੀ ਇੱਕ ਕਮੇਟੀ ਦੇ ਤੌਰ ਤੇ ਲੈਣਾ, ਸੰਵਿਧਾਨ ਸਭਾ ਦੇ ਤੌਰ ਤੇ ਲੈਣਾ ਹੈਗਾ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ, ਇਹ ਤਾਂ ਸਾਡੀ ਸੀਗੀ ਸਾਡੀ ਸਟਰਕਚਰ ਕਮੇਟੀ ਜਾਂ ਡਰਾਫਟਿੰਗ ਕਮੇਟੀ। ਹੁਣ ਜੇ ਅਸੀਂ ਗੱਲ ਕਰ ਲਈਏ ਹੋਰ ਕਮੇਟੀਆਂ ਦੀ, ਤਾਂ ਬਹੁਤ ਸਾਰੀਆਂ ਜਿਹੜੀਆਂ ਕਮੇਟੀਆਂ ਤੇ ਸਬ ਕਮੇਟੀਆਂ ਦਾ ਨਿਰਮਾਣ ਵੀ ਸਾਡੇ ਸੰਵਿਧਾਨ ਸਭਾ ਨੇ ਕੀਤਾ ਸੀ। ਉਹਦੇ ਵਿੱਚ ਦੇਖੋ ਇੰਪੋਰਟੈਂਟ ਕਿਹੜੀ ਕਮੇਟੀਆਂ ਕਿਹੜੀ ਨੇ, ਜਿਵੇਂ ਸੰਘ ਸੰਵਿਧਾਨ ਕਮੇਟੀ ਜਿਹੜੀ ਸੀਗੀ, ਸੰਘ ਸੰਵਿਧਾਨ ਕਮੇਟੀ ਜਿਹੜੀ ਸੀਗੀ ਇਹਦੇ ਪ੍ਰਧਾਨ ਕੌਣ ਸੀਗੇ? ਤਾਂ ਇਹਦੇ ਪ੍ਰਧਾਨ ਸੀ ਜੀ, ਮੈਂ ਇੱਥੇ ਲਿਖਦਾ ਜਵਾਹਰ ਲਾਲ ਨਹਿਰੂ।
JN ਨਹਿਰੂ, ਠੀਕ ਹੈ ਜੀ, ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਸੀਗੇ। ਇਸ ਤੋਂ ਇਲਾਵਾ ਹੋਰ ਕਿਹੜੀ ਕਮੇਟੀ ਸੀ? ਰਾਜ ਸੰਵਿਧਾਨ ਕਮੇਟੀ ਜਾਂ ਪ੍ਰਾਂਤਕ ਸੰਵਿਧਾਨ ਇਹਨੂੰ ਕਿਵੇਂ ਬੋਲਦੇ ਨੇ। ਤਾਂ ਇਹਦੇ ਪ੍ਰਧਾਨ ਕੌਣ ਸੀਗੇ ਜੀ? ਇਹਦੇ ਪ੍ਰਧਾਨ ਸੀਗੇ ਵੱਲਭ ਭਾਈ ਪਟੇਲ। ਵੱਲਭ ਭਾਈ ਪਟੇਲ, ਵੱਲਭ ਭਾਈ ਪਟੇਲ। ਇਸ ਤੋਂ ਜੀ ਆਪਾਂ ਮੌਲਿਕ ਅਧਿਕਾਰਾਂ ਸੰਬੰਧੀ ਕਮੇਟੀ ਦੀ ਗੱਲ ਕਰੀਏ, ਮੌਲਿਕ ਅਧਿਕਾਰਾਂ ਸੰਬੰਧੀ ਜਿਹੜੀ ਕਮੇਟੀ ਸੀਗੀ ਤਾਂ ਉਹਦੇ ਪ੍ਰਧਾਨ ਸੀਗੇ, ਇਹਦੇ ਪ੍ਰਧਾਨ ਸੇਮ ਸੀਗੇ ਵੱਲਭ ਭਾਈ ਪਟੇਲ। ਝੰਡਾ ਕਮੇਟੀ ਦੀ ਗੱਲ ਕਰਦੇ ਹਾਂ। ਝੰਡਾ ਕਮੇਟੀ ਦੇ ਪ੍ਰਧਾਨ ਸੀਗੇ ਜੀ ਡਾਕਟਰ ਰਜਿੰਦਰ ਪ੍ਰਸਾਦ। ਜੇ ਅਸੀਂ ਰਿਆਸਤਾਂ ਸੰਬੰਧੀ ਕਮੇਟੀ ਦੀ ਗੱਲ ਕਰੀਏ, ਰਿਆਸਤਾਂ ਨਾਲ ਗੱਲਬਾਤ ਕਰਨੀ ਹੈ, ਜੋ ਵੀ ਕੁਝ ਕਰਨਾ ਹੈ ਰਿਆਸਤਾਂ ਸੰਬੰਧੀ, ਤਾਂ ਇਹਦੇ ਪ੍ਰਧਾਨ ਵੀ ਸੀਗੇ ਡਾਕਟਰ ਰਜਿੰਦਰ ਪ੍ਰਸਾਦ। ਹੁਣ ਇਹ ਗੱਲ ਧਿਆਨ ਦੇਣ ਵਾਲੀ ਹੈ ਵੀ ਜਿਹੜੀ ਰਿਆਸਤਾਂ ਨਾਲ ਗੱਲਬਾਤ ਕੀਤੀ ਹੈ ਜਾਂ ਰਿਆਸਤਾਂ ਨੂੰ ਭਾਰਤ ਦੇ ਵਿੱਚ ਮਰਜ ਕੀਤਾ ਹੈਗਾ, ਉਹ ਕੀਤਾ ਸੀ ਵੱਲਭ ਭਾਈ ਪਟੇਲ ਨੇ ਕੀਤਾ ਸੀਗਾ। ਪਰ ਜਿਹੜੀ ਰਿਆਸਤਾਂ ਸੰਬੰਧੀ ਜਿਹੜੀ ਕਮੇਟੀ ਸੀਗੀ ਉਹ ਡਾਕਟਰ ਰਜਿੰਦਰ ਪ੍ਰਸਾਦ ਦੇ ਪ੍ਰਧਾਨ ਸੀਗੇ। ਤੇ ਇੱਕ ਸੀ ਜੀ ਸਰਵਉੱਚ ਅਦਾਲਤ ਕਮੇਟੀ। ਸਰਵਉੱਚ ਅਦਾਲਤ ਜਿਹੜੀ ਕਮੇਟੀ ਸੀਗੀ ਇਹਦੇ ਪ੍ਰਧਾਨ ਸੀਗੇ S ਵਾਰਦਾਚਾਰੀਆਰ। S ਵਾਰਦਾਚਾਰੀਆਰ, ਠੀਕ ਹੈ ਜੀ। ਤੇ ਇਹ ਕਾਫੀ ਇੰਪੋਰਟੈਂਟ ਕਮੇਟੀਆਂ ਨੇਗੀਆਂ। ਵੈਸੇ ਕਮੇਟੀਆਂ ਹੋਰ ਬਹੁਤ ਸਾਰੀਆਂ ਨੇਗੀਆਂ, ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਕਮੇਟੀਆਂ ਨੇ ਉਹੀ ਨੇਗੀਆਂ। ਇਸ ਤੋਂ ਇਲਾਵਾ ਸਬ ਕਮੇਟੀਆਂ ਵੀ ਬਹੁਤ ਸਾਰੀਆਂ ਸੀਗੀਆਂ। ਤਾਂ ਇਹ ਕਾਫੀ ਇੰਪੋਰਟੈਂਟ ਕਮੇਟੀਆਂ ਨੇ। ਜਿਵੇਂ ਸੰਘ ਸੰਵਿਧਾਨ ਕਮੇਟੀ ਹੈ ਤਾਂ ਇਹਦੇ ਪ੍ਰਧਾਨ ਸੀਗੇ ਜਵਾਹਰ ਲਾਲ ਨਹਿਰੂ। ਰਾਜ ਸੰਵਿਧਾਨ ਕਮੇਟੀ ਜਿਹੜੀ ਇਹਦੇ ਸੀਗੇ ਸਰਦਾਰ ਵੱਲਭ ਭਾਈ ਪਟੇਲ। ਤੇ ਮੌਲਿਕ ਅਧਿਕਾਰਾਂ ਸੰਬੰਧੀ ਜਿਹੜੀ ਕਮੇਟੀ ਸੀ ਇਹਦੇ ਪ੍ਰਧਾਨ ਸੀਗੇ ਡਾਕਟਰ ਵੱਲਭ ਭਾਈ ਪਟੇਲ, ਵੱਲਭ ਭਾਈ ਪਟੇਲ। ਤੇ ਝੰਡਾ ਕਮੇਟੀ ਸੀ ਡਾਕਟਰ ਰਜਿੰਦਰ ਪ੍ਰਸਾਦ। ਤੇ ਰਿਆਸਤਾਂ ਸੰਬੰਧੀ ਜਿਹੜੀ ਕਮੇਟੀ ਸੀ ਡਾਕਟਰ ਰਜਿੰਦਰ ਪ੍ਰਸਾਦ। ਤੇ ਸਰਵਉੱਚ ਅਦਾਲਤ ਜਿਹੜੀ ਸੀ ਇਹ ਤਾਂ ਵਾਰਦਾਚਾਰੀਆਰ ਸੀਗੇ ਇਹਦੇ, ਠੀਕ ਹੈ ਜੀ। ਤਾਂ ਇਹ ਕੁਝ ਕਮੇਟੀਆਂ ਸੀਗੀਆਂ, ਇੰਪੋਰਟੈਂਟ ਕਮੇਟੀਆਂ ਸੀਗੀਆਂ। ਤੇ ਇਸ ਤੋਂ ਬਾਅਦ ਆਪਾਂ ਨੈਕਸਟ ਚੱਲਦੇ ਹਾਂ ਤੇ ਆਪਾਂ ਦੇਖਦੇ ਹਾਂ ਫਿਰ ਵੀ ਜਿਹੜੀ ਸਾਡੀ ਸੰਵਿਧਾਨ ਸਭਾ ਸੀ ਇਹਨੇ ਲਗਭਗ 60 ਦੇਸ਼ਾਂ ਦੇ ਸੰਵਿਧਾਨ ਦਾ ਅਧਿਐਨ ਕੀਤਾ। 60 ਦੇਸ਼ਾਂ ਦੇ ਸੰਵਿਧਾਨ ਦਾ ਅਧਿਐਨ ਇਹਨਾਂ ਨੇ ਕੀਤਾ ਸੀ। 60 ਦੇਸ਼ਾਂ ਦੇ ਸੰਵਿਧਾਨ ਨੂੰ ਪੜ੍ਹਿਆ, ਉਹਦਾ ਅਧਿਐਨ ਕੀਤਾ, ਠੀਕ ਹੈ। ਤੇ ਜਿਹੜੀਆਂ ਬਹੁਤ ਸਾਰੀਆਂ ਇੰਪੋਰਟੈਂਟ ਗੱਲਾਂ ਸੀਗੀਆਂ ਉਹ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਇਹਨਾਂ ਨੇ ਸ਼ਾਮਿਲ ਕਰ ਲਈਆਂ ਸੀਗੀਆਂ, ਠੀਕ ਹੈ। ਠੀਕ ਹੈ। ਤੇ ਤੁਹਾਨੂੰ ਪਤਾ ਹੀ ਹੈ ਵੀ 2 ਸਾਲ 11 ਮਹੀਨੇ ਤੇ 18 ਦਿਨ ਸਾਡੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਲੱਗੇ ਸੀਗੇ। ਤੇ ਜਿਹੜੀ ਸਾਡੀ ਡਰਾਫਟਿੰਗ ਕਮੇਟੀ ਸੀਗੀ ਇਹਨੇ ਸਾਡੇ ਸੰਵਿਧਾਨ ਦਾ ਜਿਹੜਾ ਮਸੌਦਾ ਜਿਹੜਾ ਤਿਆਰ ਕੀਤਾ ਸੀ ਉਹਦੇ ਤਹਿਤ ਇਹ ਕਿਹਾ ਗਿਆ ਸੀ ਵੀ 395 ਤਾਂ ਅਨੁਛੇਦ ਹੋਣਗੇ ਇਹਦੇ ਵਿੱਚ ਤੇ 8 ਅਨੁਸੂਚੀਆਂ ਹੋਣਗੀਆਂ ਇਹਦੇ ਵਿੱਚ, ਜਿਹਨੂੰ ਬਾਅਦ ਦੇ ਵਿੱਚ ਵਧਾ ਦਿੱਤਾ ਗਿਆ। ਤੇ ਕਾਫੀ ਲੰਬੀ ਬੈਠਕ ਤੋਂ ਬਾਅਦ ਤੇ ਜਿਹੜੀ ਸਾਡੀ 12ਵੀਂ ਬੈਠਕ ਸੀਗੀ ਇਹ ਹੋਈ ਸੀ 24 ਜਨਵਰੀ 1950 ਨੂੰ, ਠੀਕ ਹੈ। ਪਰ ਇਸ ਤੋਂ ਪਹਿਲਾਂ ਸਾਡੇ ਸੰਵਿਧਾਨ ਨੂੰ ਜਿਹੜਾ ਸੀਗਾ ਉਹ ਸਵੀਕਾਰ ਕਰ ਲਿਆ ਸੀਗਾ 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀਗਾ। ਪਰ ਇਹਨੂੰ ਲਾਗੂ ਕਦੋਂ ਕੀਤਾ ਗਿਆ ਸੀ? ਇਹਨੂੰ ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਲਾਗੂ ਕੀਤਾ ਗਿਆ ਸੀ। ਤਾਂ ਇਹ ਠੀਕ ਹੈ ਜੀ, ਇਹ ਕਾਫੀ ਇੰਪੋਰਟੈਂਟ ਹੈ ਇਹ ਵੀ 26 ਜਨਵਰੀ ਸਾਡਾ ਜਿਹੜਾ ਸੀਗਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ, ਪਰ ਲਾਗੂ ਇਹਨੂੰ ਕੀਤਾ ਗਿਆ ਸੀਗਾ 26 ਜਨਵਰੀ 1950 ਨੂੰ। ਇਹਦਾ ਕਾਰਨ ਹੈ, ਉਸਨੂੰ ਕਾਰਨ ਦੱਸ ਦੇਣਾ ਕੀ ਕਾਰਨ ਸੀ ਇਹਦਾ। ਇਹਦਾ ਕਾਰਨ ਕੀ ਸੀਗਾ ਵੀ ਜਿਹੜੀ 26 ਜਨਵਰੀ ਦੀ ਸਾਡੀ ਜਿਹੜੀ ਇੰਪੋਰਟੈਂਟ ਡੇਟ ਹੈਗੀ ਇਹ, ਤਾਂ ਇਹਦੇ ਵਿੱਚ ਕੀ ਸੀ ਵੀ 26 ਜਨਵਰੀ 1930 ਨੂੰ ਕਾਂਗਰਸ ਨੇ ਰਾਵੀ ਦਰਿਆ ਦੇ ਕੰਢੇ ਦੇ ਉੱਪਰ ਜਿਹੜਾ ਕਾਂਗਰਸ ਦਾ ਸੰਮੇਲਨ ਹੋਇਆ ਸੀਗਾ, ਸਾਲਾਨਾ ਜਿਹੜਾ ਸੰਮੇਲਨ ਸੀਗਾ, ਤਾਂ ਇਹਦੇ ਵਿੱਚ ਪਹਿਲਾ ਸੁਤੰਤਰਤਾ ਦਿਵਸ ਮਨਾਇਆ ਸੀ। ਪਹਿਲਾ ਸੁਤੰਤਰਤਾ ਦਿਵਸ ਜਿਹੜਾ ਮਨਾਇਆ ਸੀਗਾ ਉਹ ਕਦੋਂ ਮਨਾਇਆ ਸੀਗਾ? ਉਹ 26 ਜਨਵਰੀ 1930 ਨੂੰ ਮਨਾਇਆ ਸੀ। ਤਾਂ ਇਸ ਕਰਕੇ ਇਸ ਤਰੀਕ ਨੂੰ ਯਾਦ ਕਰਨ ਦੇ ਲਈ ਸਾਡਾ ਸੰਵਿਧਾਨ ਬਣ ਕੇ ਤਾਂ ਤਿਆਰ ਹੋਇਆ ਸੀਗਾ 26 ਨਵੰਬਰ 1949 ਨੂੰ। ਸਾਡਾ ਸੰਵਿਧਾਨ ਦਿਵਸ ਵੀ 26 ਨਵੰਬਰ ਨੂੰ ਹੀ ਮਨਾਇਆ ਜਾਂਦਾ ਹੈ, ਪਰ ਅਸੀਂ ਗਣਤੰਤਰ ਦਿਵਸ ਕਦੋਂ ਮਨਾਉਂਦੇ ਹਾਂ? 26 ਜਨਵਰੀ ਨੂੰ। ਤਾਂ ਇਸ ਯਾਦ ਨੂੰ ਤਾਜ਼ਾ ਕਰਨ ਦੇ ਲਈ ਸਾਡਾ ਜਿਹੜਾ ਸੰਵਿਧਾਨ ਸੀ ਉਹ ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਨੂੰ, ਠੀਕ ਹੈ ਜੀ। ਤੇ ਠੀਕ ਹੈ, ਇਸ ਤੋਂ ਇਲਾਵਾ ਕੁਝ ਇੰਪੋਰਟੈਂਟ ਜਿਹੀ ਗੱਲਾਂ ਹੋਰ ਵੀ ਨੇਗੀਆਂ ਇਹਦੇ ਵਿੱਚੋਂ। ਜਿਵੇਂ ਸਾਡੀ ਸੰਵਿਧਾਨ ਸਭਾ ਸੀ ਤਾਂ ਇਹਨੇ 24 ਜਨਵਰੀ 1950 ਨੂੰ ਰਾਸ਼ਟਰੀ ਗਾਨ, ਰਾਸ਼ਟਰੀ ਗੀਤ ਤੇ ਰਾਸ਼ਟਰਪਤੀ ਦਾ ਅਹੁਦਾ ਅਡਾਪਟ ਕੀਤਾ ਸੀ,
ठीक है जी। 3 अहुदे राष्ट्रीय गान ਤੁਹਾਨੂੰ ਪਤਾ ਹੀ ਹੈ, ठीक है। ਸਾਡਾ ਵੰਦੇ ਮਾਤਰਮ, ਸੌਰੀ ਜਨ ਗਣ ਮਨ, ਤੇ ਰਾਸ਼ਟਰੀ ਗੀਤ ਸਾਡਾ ਵੰਦੇ ਮਾਤਰਮ, ਤੇ ਰਾਸ਼ਟਰਪਤੀ ਸਾਡੇ ਡਾਕਟਰ ਰਾਜਿੰਦਰ ਪ੍ਰਸਾਦ ਸੀ, ਇਹਨਾਂ ਨੂੰ ਅਡਾਪਟ ਕੀਤਾ ਸੀ ਸੰਵਿਧਾਨ ਸਭਾ ਦੁਆਰਾ, ठीक है जी। ਤੇ ਜੇ ਅਸੀਂ ਰਾਸ਼ਟਰੀ ਝੰਡੇ ਦੀ ਗੱਲ ਕਰਦੇ ਹਾਂ ਤਾਂ ਰਾਸ਼ਟਰੀ ਝੰਡੇ ਨੂੰ ਅਡਾਪਟ ਕੀਤਾ ਗਿਆ ਸੀ ਪਹਿਲਾਂ, ਤਾਂ ਉਹ ਕੀਤਾ ਗਿਆ ਸੀ 22 ਜੁਲਾਈ 1947 ਨੂੰ ਸੰਵਿਧਾਨ ਸਭਾ ਦੁਆਰਾ ਅਡਾਪਟ ਕੀਤਾ ਗਿਆ ਸੀਗਾ। ਇੱਕ 47 ਦੀ ਡੇਟ ਹੈ, ਬਾਕੀ ਸਾਰੀਆਂ ਨੇ 4 ਚੀਜ਼ਾਂ ਇੰਪੋਰਟੈਂਟ ਨੇਗੀਆਂ, ਤਾਂ 24 ਜਨਵਰੀ ਨੂੰ। ਇਸ ਤੋਂ ਇਲਾਵਾ ਕੁਝ ਹੋਰ ਵੀ ਇੰਪੋਰਟੈਂਟ ਹੋ ਸਕਦਾ, ਜਿਵੇਂ 25 ਜਨਵਰੀ ਨੂੰ ਸਾਡਾ 1950 ਨੂੰ ਇੰਡੀਆ ਦੇ ਵਿੱਚ ਚੋਣ ਕਮਿਸ਼ਨ ਬਣਿਆ ਸੀਗਾ, ਠੀਕ ਹੈ। ਤੇ ਇੱਕ ਹੋਰ ਵੀ ਇੰਪੋਰਟੈਂਟ ਡੇਟ ਹੈਗੀ, ਉਹ ਹੈਗੀ 28 ਜਨਵਰੀ 1950 ਦੀ, ਤਾਂ ਇਸ ਦਿਨ ਸਾਡੀ ਸੁਪਰੀਮ ਕੋਰਟ ਜਿਹੜੀ ਸਥਾਪਿਤ ਕੀਤੀ ਗਈ ਸੀ, ਠੀਕ ਹੈ ਜੀ। ਤੇ ਇਹ ਕਾਫੀ ਇੰਪੋਰਟੈਂਟ ਡੇਟਸ ਨੇ ਗਈਆਂ। ਤਾਂ 22 ਜੁਲਾਈ 1947 ਨੂੰ ਅਸੀਂ ਸਾਡੇ ਰਾਸ਼ਟਰੀ ਝੰਡੇ ਨੂੰ ਅਡਾਪਟ ਕੀਤਾ ਹੈਗਾ, ਤੇ 24 ਜਨਵਰੀ 1950 ਨੂੰ ਅਸੀਂ ਰਾਸ਼ਟਰੀ ਗਾਨ, ਰਾਸ਼ਟਰੀ ਗੀਤ ਤੇ ਰਾਸ਼ਟਰਪਤੀ ਨੂੰ ਅਡਾਪਟ ਅਸੀਂ ਕਰ ਲਿਆ ਸੀਗਾ ਉਹ, ਠੀਕ ਹੈ ਜੀ। ਤੇ ਇਹ ਸੀ ਸਾਡੇ ਸੰਵਿਧਾਨ ਦੀ ਕੁਝ ਬੇਸਿਕ ਇੰਪੋਰਟੈਂਟ ਜਾਣਕਾਰੀ, ਤੇ ਆਈ ਹੋਪ ਕਿ ਤੁਹਾਨੂੰ ਜਿਹੜੀ ਇਹ ਕਲਾਸ ਜਿਹੜੀ ਪਸੰਦ ਆਈ ਹੋਊਗੀ। ਤੇ ਇਹ ਕਲਾਸ ਫਸਟ ਸੀਗੀ, ਇਸ ਤੋਂ ਬਾਅਦ ਆਪਾਂ ਸੀਕੁਐਂਸ ਵਾਈਜ਼ ਜਿਹੜੀਆਂ ਨੇ ਕਲਾਸਾਂ ਉਹ ਅੱਗੇ ਚਲਾਵਾਂਗੇ। ਤੇ ਕਲਾਸ 1 ਸੀ, ਨੈਕਸਟ ਡੇ ਆਪਾਂ ਜਿਹੜੀ ਕਲਾਸ ਉਹ ਸੈਕਿੰਡ ਵੀ ਕਰਾਂਗੇ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਪਸੰਦ ਆਈ ਹੋਊਗੀ। ਤੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਪਲੀਜ਼ ਤੁਸੀਂ ਚੈਨਲ ਨੂੰ ਸਾਡੇ ਸਬਸਕ੍ਰਾਈਬ ਕਰੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ, ਤਾਂ ਕਿ ਜਿਹੜੀ ਵੀ ਕੰਪੀਟੀਸ਼ਨ ਦੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਇਹ ਕਾਫੀ ਬੈਨੀਫੀਸ਼ੀਅਲ ਸਾਬਿਤ ਹੋਊਗੀ। ਆਈ ਹੋਪ ਕਿ ਤੁਸੀਂ ਇੱਕ ਬੈਲ ਆਈਕਨ ਦਾ ਬਟਨ ਆਉਂਦਾ ਇੱਥੇ, ਘੰਟੀ ਲੱਗੀ ਹੁੰਦੀ ਹੈ, ਤਾਂ ਉਹਨੂੰ ਦਬਾਓ, ਤਾਂ ਕਿ ਜਿਹੜੀ ਵੀ ਅਸੀਂ ਵੀਡੀਓ ਅਪਲੋਡ ਕਰਾਂਗੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜੂਗੀ। ਤੇ ਮੈਕਸਿਮਮ ਤੁਸੀਂ ਇਹਨੂੰ ਸ਼ੇਅਰ ਕਰਨਾ ਹੈਗਾ, ਸਬਸਕ੍ਰਾਈਬ ਕਰਨਾ ਹੈ, ਤੇ ਕਮੈਂਟ ਵੀ ਕਰੋ ਇਸ ਵੀਡੀਓ ਦੇ ਉੱਪਰ, ਤੁਸੀਂ ਇਹਨੂੰ ਲਾਈਕ ਵੀ ਕਰ ਦਿਓ। ਤੇ ਇਸ ਤੋਂ ਬਾਅਦ ਦੇਖੋ, ਜਿਵੇਂ ਪਤਾ ਲੱਗ ਰਿਹਾ ਵੀ ਗਵਰਨਮੈਂਟ ਨੇ 5000 ਵੈਕੈਂਸੀਜ਼ ਅਨਾਉਂਸ ਕੀਤੀਆਂ ਨੇਗੀਆਂ, ਹੋਰ ਵੀ ਆਉਣ ਵਾਲੀਆਂ ਟੀਚਿੰਗ ਐਗਜ਼ਾਮ ਦੀਆਂ, ਠੀਕ ਹੈ। ਤਾਂ ਇਹ ਪੋਸੀਬਿਲਿਟੀ ਉਹਦੇ ਵਿੱਚ ਲੈਕਚਰਰ ਦੀ ਵੈਕੈਂਸੀ ਵੀ ਆ ਸਕਦੀ ਹੈ, ਉਹਦੇ ਵਿੱਚ ਮਾਸਟਰ ਕੇਡਰ ਦੀ ਵੈਕੈਂਸੀ ਵੀ ਆ ਸਕਦੀ ਹੈ, ਪੀਟੈਟ ਦਾ ਪੇਪਰ ਵੀ ਪਹਿਲਾਂ ਹੋ ਸਕਦਾ ਹੈਗਾ। ਤਾਂ ਤੁਹਾਨੂੰ ਇਹ ਹਰ ਕੰਪੀਟੀਸ਼ਨ ਦੇ ਲਈ ਜਿਹੜੀ ਵੀਡੀਓ ਸਾਡੀਆਂ ਇਹ ਤੁਹਾਨੂੰ ਬੈਨੀਫੀਸ਼ੀਅਲ ਹੋਣਗੀਆਂ। ਤੇ ਇਸ ਤੋਂ ਬਾਅਦ ਹੋਰ ਵੀ ਵੀਡੀਓਜ਼ ਆਪਾਂ ਜਿਹੜੀਆਂ ਸਮੇਂ-ਸਮੇਂ ਤੇ ਤੁਹਾਨੂੰ ਲੈ ਕੇ ਆਵਾਂਗੇ। ਤਾਂ ਆਈ ਹੋਪ, ਥੈਂਕ ਯੂ, ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਥੈਂਕ ਯੂ ਵੈਰੀ ਮਚ।